ਅੱਛਾ ਬੱਚਿਓ, ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ 26 ਜਨਵਰੀ ਗਣਤੰਤਰ ਦਿਵਸ ਦੀਆਂ ਵਧਾਈਆਂ। ਗੁੱਡ ਮਾਰਨਿੰਗ। ਤੇ ਗੁਰਪ੍ਰੀਤ, ਮੇਰੀ ਆਵਾਜ਼ ਆ ਰਹੀ ਹੈ ਨਾ ਸਾਰੀ? हाँ जी सर, हाँ जी। ਓਕੇ। ਤੇ ਬੱਚਿਓ, ਇਸ ਤਰ੍ਹਾਂ ਹੈਗਾ ਕਿ ਇਹ ਸੈਸ਼ਨ ਜਿਹੜਾ ਹੈਗਾ, ਤੁਹਾਨੂੰ ਜਿਹੜੇ ਆਨਲਾਈਨ ਪੇਪਰ ਹੁਣ ਹੋਣੇ ਹੈਗੇ ਆ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਅਟੈਂਪਟ ਕਰਨਾ, ਕਿਸ ਤਰ੍ਹਾਂ ਤੁਸੀਂ ਉਹਨਾਂ ਪੇਪਰਾਂ ਨੂੰ ਸਕੈਨ ਕਰਕੇ ਭੇਜਣਾ, ਕਿੱਥੇ ਭੇਜਣਾ, ਇਹ ਸਾਰਾ ਤੁਹਾਨੂੰ ਕਲਸੀ ਸਰ ਇਸ ਸੈਸ਼ਨ ਦੇ ਵਿੱਚ ਦੱਸੂਗੇ। ਤੇ ਪਿਛਲੇ ਅਸੀਂ ਜਿਹੜੇ ਸੈਸ਼ਨ ਕਈ ਕਰਵਾਏ ਆਨਲਾਈਨ ਐਗਜ਼ਾਮੀਨੇਸ਼ਨ ਦੇ, ਉਹ ਸਾਡੇ ਬਹੁਤ ਸਕਸੈਸਫੁਲ ਰਹੇ ਆ, ਕਿਉਂਕਿ ਅਸੀਂ ਪਹਿਲਾਂ ਤੋਂ ਹੀ ਸਾਰੇ ਸਟੂਡੈਂਟਸ ਨੂੰ ਬਿਲਕੁਲ ਅਵੇਅਰ ਕਰ ਦਿੰਦੇ ਆ। ਫੋਰ ਐਗਜ਼ਾਮਪਲ, ਮੈਂ ਪਰਸਨਲੀ ਜੋ ਮਹਿਸੂਸ ਕਰਦਾ ਹੈਗਾ ਕਿ ਮੋਸਟਲੀ ਬੱਚਿਆਂ ਨੂੰ ਆਪਣੀ ਆਨਸਰ ਸ਼ੀਟ ਜਿਹੜੀ ਹੈਗੀ ਆ, ਉਹ ਸਕੈਨ ਹੀ ਨਹੀਂ ਕਰਨੀ ਆਉਂਦੀ। ਫੋਟੋਆਂ ਖਿੱਚ ਖਿੱਚ ਕੇ ਜੋੜ ਦਿੰਦੇ ਆ, ਪੇਜ ਅੱਗੇ ਪਿੱਛੇ ਕਰ ਦਿੰਦੇ ਹੈਗੇ ਆ। ਤਾਂ ਇਹ ਜਿੰਨਾ ਮਰਜ਼ੀ ਤੁਸੀਂ ਕਹੋ ਵੀ ਅਸੀਂ ਬੜੇ ਮਾਹਰ ਆ ਤੁਸੀਂ ਫੋਨ ਦੇ, ਲੇਕਿਨ ਇੱਥੇ ਆ ਕੇ ਤੁਸੀਂ ਸਾਰੇ ਮਾਰ ਖਾ ਜਾਂਦੇ। ਬਹੁਤ ਘੱਟ ਬੱਚਿਆਂ ਦੀ ਸਕੈਨ ਜਿਹੜੀ ਆ, ਆਨਸਰ ਸ਼ੀਟ ਜਿਹੜੀ ਸਕੈਨ ਕੀਤੀ ਹੁੰਦੀ ਆ, ਉਹ ਠੀਕ ਹੁੰਦੀ ਆ, ਕਿਉਂਕਿ ਬੱਚਿਓ ਇਹ ਤੁਹਾਡੀਆਂ ਆਨਸਰ ਸ਼ੀਟਸ ਜਿਹੜੀਆਂ ਹੈਗੀਆਂ, ਇਹ ਯੂਨੀਵਰਸਿਟੀ ਦੇ ਰਿਕਾਰਡ ਵਿੱਚ ਜਾਣੀਆਂ। ਇਹਨਾਂ ਨੂੰ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ ਹੈਗਾ। ਸੋ ਕਲਸੀ ਸਰ ਤੁਹਾਨੂੰ ਸਾਰਾ ਡਿਟੇਲ 'ਚ ਦੱਸੂਗੇ ਕਿ ਡੇਟ ਸ਼ੀਟ ਦੇ ਮੁਤਾਬਕ ਤੁਸੀਂ ਕਦੋਂ ਪੇਪਰ ਡਾਊਨਲੋਡ ਕਰਨਾ, ਕਿੰਨੇ ਟਾਈਮ 'ਚ ਅਟੈਂਪਟ ਕਰਨਾ, ਕਿੰਨੇ ਟਾਈਮ 'ਚ ਤੁਸੀਂ ਆਪਣਾ ਪੇਪਰ ਸਕੈਨ ਕਰਕੇ ਭੇਜਣਾ, ਔਰ ਕਿੱਥੇ ਤੁਸੀਂ ਕਿਹੜੀ ਮੇਲ ਤੇ ਭੇਜਣਾ। ਸੋ ਆਈ ਹੋਪ ਕਿ ਤੁਸੀਂ ਇਹਨੂੰ ਸਾਰੇ ਜਿਹੜਾ ਸੈਸ਼ਨ ਹੈਗਾ, ਚੰਗੀ ਤਰ੍ਹਾਂ ਇਹਨੂੰ ਧਿਆਨ ਦੇ ਨਾਲ ਸੁਣਨਾ ਹੈਗਾ, ਦੇਖਣਾ ਹੈਗਾ। ਬਾਅਦ ਦੇ ਵਿੱਚ ਇਹ ਸਾਰੀ ਰਿਕਾਰਡਿੰਗ ਜਿਹੜੀ ਹੈ, ਇਹ ਅਸੀਂ ਅਵੇਲੇਬਲ ਕਰਾਂਗੇ, ਚਾਹੇ ਕਾਲਜ ਦੀ ਵੈਬਸਾਈਟ ਤੇ ਜਾਂ ਜਿੱਥੇ ਵੀ ਸੂਟੇਬਲ ਹੋਏਗਾ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਹਾਡੇ ਐਗਜ਼ਾਮ ਹੋਣੇ ਹੈਗੇ ਆ, ਉਹਨਾਂ ਲਈ ਸ਼ੁਭ ਕਾਮਨਾਵਾਂ, ਠੀਕ ਬਲੈਸਿੰਗਸ। ਤੇ ਪਰਮਾਤਮਾ ਤੁਹਾਨੂੰ ਬਹੁਤ ਅੱਛੇ 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 ਨੰਬਰ ਤੁਹਾਨੂੰ ਪ੍ਰਾਪਤ ਹੋਣ। ਤੇ ਜਿਹੜੀ ਕੋਈ ਕੁਐਰੀ ਹੋਏਗੀ ਕਲਚੀ ਸਰ ਨੂੰ ਤੁਸੀਂ ਪੁੱਛ ਲਿਓ। ਓਕੇ ਸਰ, ਤੁਸੀਂ ਆਪਣਾ ਸਟਾਰਟ ਕਰੋ ਕਲਚੀ। ओके सर, थैंक यू सर, थैंक यू सो मच। ਓਕੇ ਓਕੇ, ਥੈਂਕ ਯੂ। गुड मॉर्निंग टू ऑल डियर स्टूडेंट्स। ਆਪਾਂ ਮੀਟਿੰਗ ਸ਼ੁਰੂ ਕਰਦੇ ਹਾਂ। ਜਸਟ ਬੱਚੇ ਜੁਆਇਨ ਹੋ ਰਹੇ ਆ, ਤਾਂ ਥੋੜਾ ਜਿਹਾ ਟਾਈਮ 5 ਮਿੰਟ ਹੋਰ ਲੈ ਲੈਂਦੇ ਆ, ਐਂਡ ਦੈਨ ਵੀ ਵਿਲ ਸਟਾਰਟ। ਕੁਛ ਬੱਚੇ ਆਈ ਥਿੰਕ ਮੇਰੇ ਕੋਲ ਹੁਣੀ ਇੱਕ ਰਿਕੁਐਸਟ ਆਈ ਸੀ ਜੁਆਇਨ ਵਾਸਤੇ, ਤੇ ਮੇ ਬੀ ਉਹ ਨਹੀਂ ਹੋਈ ਤਾਂ ਉਹ ਦੁਬਾਰਾ ਜੁਆਇਨ ਕਰਨ ਦਾ ਟਰਾਈ ਕਰੋ ਲਿੰਕ ਨੂੰ। ਉਹ ਇਮੀਡੀਏਟਲੀ ਨਾਲ ਹੀ ਵੈਨਿਸ਼ ਹੋ ਗਿਆ ਉਹਦੇ ਚੋਂ ਮੈਸੇਜ, ਤੇ ਤੁਸੀਂ ਦੁਬਾਰਾ ਜੁਆਇਨ ਕਰ ਲਓ। ਆਪਣੇ ਸਾਥੀਆਂ ਨੂੰ ਕੋ ਜਲਦੀ ਤੋਂ ਜਲਦੀ ਜੁਆਇਨ ਕਰ ਲੈਣ, ਸੋ ਦੈਟ ਆਪਾਂ ਸੈਸ਼ਨ ਸ਼ੁਰੂ ਕਰੀਏ।
Good morning and welcome all to this on PU examination. First of all, ensure ਕਰਿਓ ਕਿ ਤੁਹਾਡੇ ਕੋਲ ਸਕਰੀਨ ਜਿਹੜੀ ਹੈਗੀ ਉਹ ਪ੍ਰੈਜ਼ੈਂਟ ਹੋ ਰਹੀ ਹੈ ਕਿਉਂ ਥਰੂ ਆਊਟ ਸੈਸ਼ਨ ਆਪਾਂ ਇਸੇ ਤਰ੍ਹਾਂ ਹੀ ਇਹ ਸੈਸ਼ਨ ਸਾਰਾ ਕੰਡਕਟ ਕਰਨਾ ਹੈ। ਫਸਟ ਆਫ ਆਲ ਆਪਾਂ ਇੱਕ ਨਿਗਾਹ ਮਾਰਦੇ ਹਾਂ ਜਿਹੜੀ ਤੁਹਾਨੂੰ ਗਾਈਡਲਾਈਨਸ ਭੇਜੀਆਂ ਸੀਗੀਆਂ ਵਿਜ਼ੀਬਲ ਨੇ ਸਾਰਿਆਂ ਨੂੰ? ਓਕੇ ਸੋ ਗਾਈਡਲਾਈਨਸ ਤੁਹਾਨੂੰ ਯੂਨੀਵਰਸਿਟੀ ਦੀਆਂ ਜਿਹੜੀਆਂ ਇਸ਼ੂ ਹੋਈਆਂ ਆ ਇਹ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਐਬਸਟਰੈਕਟ ਨੇ ਉਹਨਾਂ ਦੇ ਹੀ। ਸੋ ਮਤਲਬ ਤੁਹਾਨੂੰ ਜਿੰਨੀ ਕੁ ਰਿਕੁਆਇਰਮੈਂਟ ਆਪਾਂ ਨੂੰ ਹੈ ਉਹਨਾਂ ਨੂੰ ਆਪਾਂ ਇਹਦੇ ਵਿੱਚ ਲੈ ਆਂਦਾ ਆ। ਇਹਦੇ ਤੁਹਾਡੇ ਕੋਲ ਟਾਈਮ ਸਲੋਟਸ ਨੇ, ਠੀਕ ਹੈ, ਐਂਡ ਦੇਰ ਆਫਟਰ ਜਿਹੜੀਆਂ ਤੁਹਾਨੂੰ ਇੰਸਟਰਕਸ਼ਨਸ ਆ ਰਿਗਾਰਡਿੰਗ ਯੂਰ WhatsApp ਨੰਬਰ ਗਰੁੱਪਸ ਦੇ ਵਿੱਚ ਜਿਹੜੀਆਂ ਇੰਸਟਰਕਸ਼ਨਸ ਸ਼ੇਅਰ ਹੋਣੀਆਂ ਆ ਇਹਨਾਂ ਨੂੰ ਐਕਟਿਵ ਰੱਖਣਾ ਆ, ਇਹਨਾਂ ਦੇ ਰਿਗਾਰਡਿੰਗ ਤੁਹਾਨੂੰ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਆ। ਸੈਕੰਡਲੀ ਇੱਕ ਜਿਹੜੀ ਆਪਣੀ ਇਹਦੇ ਜ਼ਰੂਰੀ ਚੀਜ਼ ਹੈ ਉਹ ਇਸ ਤਰ੍ਹਾਂ ਦੀ ਇੱਕ ਲਿਸਟ ਤੁਹਾਨੂੰ ਸ਼ੇਅਰ ਕੀਤੀ ਹੈ। ਇਹਦੇ ਵਿੱਚ ਤੁਹਾਨੂੰ ਸੀਰੀਅਲ ਨੰਬਰ ਦੇ ਅਕੋਰਡਿੰਗਲੀ ਤੁਹਾਡੀ ਡਿਟੇਲਸ ਮੈਂਸ਼ਨ ਕੀਤੀਆਂ ਗਈਆਂ ਐਂਡ ਇਹਨੂੰ ਤੁਸੀਂ ਵੈਰੀਫਾਈ ਕਰਨਾ ਆ ਮੈਸੇਜ ਕਰਕੇ ਗਰੁੱਪ ਦੇ ਵਿੱਚ। ਉਹਦੇ ਰਿਗਾਰਡਿੰਗ ਵੀ ਤੁਹਾਨੂੰ ਇੰਸਟਰਕਸ਼ਨਸ ਦਿੱਤੀਆਂ ਹੈ, ਉਸੇ ਤਰ੍ਹਾਂ ਹੀ ਤੁਸੀਂ ਉਹਨੂੰ ਰਿਪਲਾਈ ਕਰਿਓ। ਇਹ ਸੀਰੀਅਲ ਨੰਬਰ ਜਿਹੜੇ ਹੈਗੇ ਆ ਤੁਹਾਡੇ ਥਰੂ ਆਊਟ ਐਗਜ਼ਾਮੀਨੇਸ਼ਨ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਦਾ ਹੀ ਰੈਫਰੈਂਸ ਦੇਖ ਕੇ ਜੋ ਵੀ ਤੁਸੀਂ ਕੁਐਰੀ ਹੈਗੀ ਆ ਤੁਸੀਂ ਆਪਣੀ ਆਨਸਰ ਸ਼ੀਟ ਸਬਮਿਟ ਕਰਨੀਆਂ ਨੇ ਉਹ ਤੁਸੀਂ ਇਹਨਾਂ ਸੀਰੀਅਲ ਨੰਬਰਸ ਦੇ ਮੁਤਾਬਿਕ ਹੀ ਕਰਨੀਆਂ ਆ। ਸੋ ਇਹਨਾਂ ਸੀਰੀਅਲ ਨੰਬਰਸ ਦੇ ਮੁਤਾਬਿਕ ਤੁਸੀਂ ਆਪਣਾ ਹਰੇਕ ਐਕਟੀਵਿਟੀ ਤੁਹਾਡੀ ਕੋਈ ਕੁਐਰੀ ਹੈਗੀ ਹੈ, ਤੁਸੀਂ ਕੋਈ ਆਪਣਾ ਸਵਾਲ ਕਰਨਾ ਚਾਹੁੰਦੇ ਆ ਉਹ ਤੁਸੀਂ ਆਪਣਾ ਸੀਰੀਅਲ ਨੰਬਰ ਦੱਸ ਕੇ ਕਰ ਸਕਦੇ। ਸਿੰਸ ਇਹ ਸੀਰੀਅਲ ਨੰਬਰ ਕਾਮਨ ਨੇ ਸਾਰਿਆਂ ਕੋਲ ਅਵੇਲੇਬਲ ਨੇ, ਕਿਸੇ ਵੀ ਟੀਚਰ ਨੂੰ ਤੁਸੀਂ ਤੁਹਾਡੀ ਕੋਈ ਕੁਐਰੀ ਹੈਗੀ ਆ ਆਪਣਾ ਸੀਰੀਅਲ ਨੰਬਰ ਦੱਸ ਕੇ ਆਪਣੀ ਕੁਐਰੀ ਪੁੱਟ ਕਰ ਸਕਦੇ ਆ। ਇਹਦੇ ਵਿੱਚ ਇੱਕ ਛੋਟੀ ਜਿਹੀ ਚੇਂਜ ਆਏਗੀ ਬੀਕਾਮ ਫਸਟ ਸਮੈਸਟਰ ਵਾਲਿਆਂ ਵਾਸਤੇ ਕਿਉਂਕਿ ਉਹਨਾਂ ਦਾ ਇੱਕ ਰੋਲ ਨੰਬਰ ਜਿਹੜਾ ਉਹ ਮਿਸ ਹੋ ਗਿਆ ਸੀਗਾ ਵਿੱਚ। ਸੋ ਉਹ ਉਹਨਾਂ ਦੇ ਪਹਿਲੇ 4-5 ਰੋਲ ਨੰਬਰਸ ਨੇ ਜਿਨ੍ਹਾਂ ਦੇ ਸੀਰੀਅਲ ਨੰਬਰ ਚੇਂਜ ਹੋਣਗੇ। ਸੋ ਉਹਨਾਂ ਦੀ ਲਿਸਟ ਮੈਂ ਦੁਬਾਰਾ ਸ਼ੇਅਰ ਕਰ ਦਾਂਗਾ ਐਂਡ ਉਹਨੂੰ ਤੁਸੀਂ ਇੱਕ ਵਾਰ ਦੁਬਾਰਾ ਗੋ ਥਰੂ ਹੋ ਜਾਣਾ, ਠੀਕ ਹੈ। ਇਹ ਸਿਰਫ ਬੀਕਾਮ ਫਸਟ ਸਮੈਸਟਰ ਦੇ ਵਿੱਚ ਆਈ ਹੈ ਪ੍ਰੋਬਲਮ। ਦੇਰ ਆਫਟਰ ਤੁਹਾਡੇ ਕੋਲ ਜਿਸ ਤਰ੍ਹਾਂ ਤੁਸੀਂ ਆਪਣਾ ਅੱਜ ਮੈਨੂੰ ਮੈਸੇਜ ਕਰ ਰਹੇ ਹੋ ਸਾਰੇ ਆਪਣੀਆਂ ਡਿਟੇਲਸ ਨੂੰ ਵੈਰੀਫਾਈ ਕਰਨ ਦੇ ਪੁਆਇੰਟ ਆਫ ਵਿਊ ਦੇ ਨਾਲ ਸੀਰੀਅਲ ਨੰਬਰ ਨੂੰ ਆਪਣਾ ਦੱਸ ਕੇ, ਸੋ ਉਸੇ ਤਰ੍ਹਾਂ ਹੀ ਤੁਸੀਂ ਜਦੋਂ ਤੁਹਾਡੀ ਈਮੇਲ ਕਰੋਗੇ ਆਨਸਰ ਸ਼ੀਟ ਉਸ ਤੋਂ ਬਾਅਦ ਤੁਸੀਂ ਆਪਣੇ ਗਰੁੱਪ ਦੇ ਵਿੱਚ ਮੈਸੇਜ ਪੇ ਕਰਨਾ ਆ, ਠੀਕ ਹੈ। ਉਹਦੇ ਲਈ ਤੁਹਾਨੂੰ ਟੀਚਰਸ ਜਿਹੜੇ ਹੈਗੇ ਆ ਉਹ ਆਪਣਾ ਮੈਂਸ਼ਨ ਕਰ ਦੇਣਗੇ ਜਿੱਦਣ ਵੀ ਤੁਹਾਡਾ ਐਗਜ਼ਾਮ ਹੈਗਾ ਤੁਸੀਂ ਉਹ ਗਰੁੱਪ ਦੇ ਵਿੱਚ ਆਪਣਾ ਰਿਪਲਾਈ ਕਰੋਗੇ, ਠੀਕ ਹੈ। ਐਮਕੌਮ ਦੇ ਜਿਹੜੇ ਗਰੁੱਪ ਹੈਗੇ ਆ ਉਹ ਜਾਨਕੀ ਮੈਮ ਕੋਲ ਨੇ, ਉਹ ਤੁਹਾਨੂੰ ਗਾਈਡ ਕਰ ਦੇਣਗੇ ਇਹਦੇ ਰਿਗਾਰਡਿੰਗ ਜਿਹੜੇ ਤੁਸੀਂ ਐਗਜ਼ਾਮ ਦੇ ਵਿੱਚ ਜਿਹੜੀ ਰਿਪਲਾਈ ਕਰਨੇ ਨੇ। ਸੋ ਉਹਨਾਂ ਦੇ ਪੇਪਰ ਹਜੇ ਰੁਕ ਕੇ ਸ਼ੁਰੂ ਹੋ ਰਹੇ ਨੇ, ਉਹਨਾਂ ਨੂੰ ਇਹਦੇ ਰਿਗਾਰਡਿੰਗ ਇੰਸਟਰਕਸ਼ਨਸ ਮਿਲ ਜਾਣਗੀਆਂ। ਬੀਕਾਮ ਦੇ ਜਿਹੜੇ ਐਜ਼ ਇਟ ਇਜ਼ ਉਹਨਾਂ ਨੇ ਜਿਹੜੇ ਗਰੁੱਪ ਹੈਗੇ ਨੇ ਉਹਨਾਂ ਦੇ ਵਿੱਚ ਹੀ ਉਹ ਰਿਪਲਾਈ ਆਪਣਾ ਕਰਨਗੇ। ਨੈਕਸਟ ਆਪਣੇ ਕੋਲ ਜਿਹੜੇ ਤੁਸੀਂ ਫਾਈਲ ਨੇਮ ਕਿੱਦਾਂ ਦੇਣਾ ਆ ਉਹਦੇ ਰਿਗਾਰਡਿੰਗ ਇੰਸਟਰਕਸ਼ਨਸ ਨੇ, ਈਮੇਲ ਦਾ ਸਬਜੈਕਟ ਲਾਈਨ ਕਿੱਦਾਂ ਹੋਏਗੀ ਇਹਦੇ ਰਿਗਾਰਡਿੰਗ ਇੰਸਟਰਕਸ਼ਨਸ ਨੇ। ਅਸੀਂ ਇਹਨਾਂ ਨੂੰ ਦੁਬਾਰਾ ਗੋ ਥਰੂ ਹੋਣਾ ਹੈ। ਮੈਂ ਜਸਟ ਇਹਨੂੰ ਇਸ ਕਰਕੇ ਓਪਨ ਕੀਤਾ ਸੋ ਦੈਟ ਇਹ ਇੰਸਟਰਕਸ਼ਨਸ ਤੁਸੀਂ ਖੁਦ ਵੀ ਇੱਕ ਵਾਰ ਦੁਬਾਰਾ ਆਪਣੀ ਫਾਈਲ ਓਪਨ ਕਰਕੇ ਸਾਰੀਆਂ ਨੂੰ ਪੜ੍ਹ ਲਓ, ਇੱਕ ਵਾਰੀ ਇਹਨਾਂ ਨੂੰ ਗੋ ਥਰੂ ਹੋ ਜਾਓ। ਇਹਦੇ ਵਿੱਚ ਜਿਸ ਤਰ੍ਹਾਂ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ
ਕਿ ਤੁਹਾਡਾ ਪੇਪਰ ਕਿਹੜਾ ਹੈ, ਉਹਦਾ ਕੋਡ ਕੀ ਹੈ, ਐਂਡ ਦੈਨ ਉਸ ਤੋਂ ਬਾਅਦ ਉਹਦਾ ਤੁਸੀਂ ਫਾਈਲ ਨੇਮ ਕੀ ਤਿਆਰ ਕਰਨਾ। ਤੁਸੀਂ ਜਿਹੜੀ ਈਮੇਲ ਆਪਣੀ ਭੇਜਣੀ ਹੈ ਉਹ ਡਾਇਰੈਕਟਲੀ ਤੁਸੀਂ ਪੇਜਸ ਤੇ ਫੋਟੋ ਖਿੱਚ ਲਈ ਤੇ ਭੇਜ ਦਿੱਤਾ, ਉਹਦੀ ਪੀਡੀ ਤੁਸੀਂ ਬਣਾ ਕੇ ਭੇਜਣੀ ਹੈ। ਜਿਹੜੇ ਪੁਰਾਣੇ ਸਟੂਡੈਂਟਸ ਹੈਗੇ ਨੇ ਇਸੇ ਪ੍ਰੋਸੈਸ ਦੇ ਥਰੂ ਉਹ ਨਿਕਲੇ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੈ। ਨਵੇਂ ਸਟੂਡੈਂਟਸ ਜਿਹੜੇ ਆ ਇਹਨੂੰ ਧਿਆਨ ਨਾਲ ਦੇਖਣ। ਸੋ ਉਹਦੇ ਵਿੱਚ ਜਿਹੜਾ ਤੁਹਾਡਾ ਫਾਈਲ ਨੇਮ ਐਂਡ ਸਬਜੈਕਟ ਲਾਈਨ ਆ, ਇਹ ਦੋਨੋਂ ਸੇਮ ਚੀਜ਼ਾਂ ਹੈਗੀਆਂ ਨੇ। ਸੇਮ ਤੁਹਾਡਾ ਜਿਹੜਾ ਫਾਈਲ ਨੇਮ ਹੋਏਗਾ, ਜੋ ਤੁਸੀਂ ਫਾਈਲ ਨੇਮ ਰੱਖੋਗੇ ਉਹੀ ਤੁਹਾਡਾ ਈਮੇਲ ਦੀ ਸਬਜੈਕਟ ਲਾਈਨ ਹੋਏਗੀ। ਈਮੇਲ ਦੀ ਸਬਜੈਕਟ ਲਾਈਨ ਜਦੋਂ ਅਸੀਂ ਮੇਲ ਸੈਂਡ ਕਰਦੇ ਹਾਂ ਤਾਂ ਉੱਥੇ ਇੱਕ ਆਪਾਂ ਨੂੰ ਸਬਜੈਕਟ ਭਰਨਾ ਪੈਂਦਾ ਆ। ਆਪਾਂ ਇਹਦੇ ਉੱਤੇ ਦੁਬਾਰਾ ਫੇਰ ਆਵਾਂਗੇ। ਉੱਥੇ ਤੁਸੀਂ ਆਪਣਾ ਸਬਜੈਕਟ ਨੂੰ ਐਡਿਟ ਕਰਕੇ ਉਹ ਇਸ ਫਾਰਮੈਟ ਦੇ ਵਿੱਚ ਤੁਸੀਂ ਭੇਜੋਗੇ। ਨੈਕਸਟ ਤੁਹਾਡੇ ਕੋਲ ਤੁਹਾਡੀ ਕਲਾਸ ਦੇ ਅਕੋਰਡਿੰਗਲੀ ਕੋਡਸ, ਸਬਜੈਕਟ ਤੇ ਜਿਹੜੇ ਸਬਜੈਕਟ ਕੋਡ ਤੁਸੀਂ ਯੂਜ਼ ਕਰਨੇ ਨੇ, ਜਿਹੜੇ ਬਲੂ ਕਲਰ ਦੇ ਵਿੱਚ ਹਾਈਲਾਈਟ ਕੀਤੇ ਹੋਏ ਆ, ਇਹਨਾਂ ਤੁਸੀਂ ਯੂਜ਼ ਕਰਨਾ। ਜਿੱਦਾਂ ਉੱਪਰ ਆ ਐਗਜ਼ਾਮਪਲ ਦੇ ਵਿੱਚ ਹੈ BCM ਸਬਜੈਕਟ ਕੋਡ ਹੈ, ਐਂਡ ਤੁਸੀਂ ਆਪਣਾ ਯੂਨੀਵਰਸਿਟੀ ਰੋਲ ਨੰਬਰ ਨਾਲ ਲਗਾ ਦੇਣਾ ਹੈ। ਇਹਦੇ ਤੁਸੀਂ ਡੈਸ਼ ਯੂਜ਼ ਕਰ ਸਕਦੇ ਆ, ਸਲੈਸ਼ ਸਮਟਾਈਮਸ ਮੇਬੀ ਨਾ ਲਏ। ਸੋ ਵਟਐਵਰ ਤੁਸੀਂ ਡੈਸ਼ ਯੂਜ਼ ਕਰਨਾ ਡੈਸ਼ ਯੂਜ਼ ਕਰ ਲਓ ਇਸ ਜਗ੍ਹਾ ਦੇ ਉੱਤੇ, ਸਲੈਸ਼ ਯੂਜ਼ ਕਰਨਾ ਸਲੈਸ਼ ਯੂਜ਼ ਕਰ ਲਓ, ਬਟ ਇਹਦੇ ਵਿੱਚ ਮਤਲਬ ਤੁਹਾਡਾ ਗੈਪ ਹੋਏ ਸਬਜੈਕਟ ਕੋਡ ਤੇ ਤੁਹਾਡੇ ਰੋਲ ਨੰਬਰ ਦੇ ਵਿੱਚ। ਨੈਕਸਟ ਇਸੇ ਤਰ੍ਹਾਂ ਹੀ ਤੁਹਾਡੇ ਕੋਲ BCom 3rd ਦੇ ਕੋਡ ਨੇ, BCom 5th ਸੈਮ ਦੇ ਕੋਡ ਨੇ, ਇਸੇ ਤਰ੍ਹਾਂ ਹੀ MCom ਦੇ ਲਈ ਕੋਡ ਨੇ, ਐਂਡ ਦੈਨ ਤੁਹਾਡੇ ਕੋਲ ਈਮੇਲ ਆਈਡੀਜ਼ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਆਪਣੀ ਆਂਸਰ ਸ਼ੀਟ ਜਿਹੜੀ ਆ ਉਹ ਸਬਮਿਟ ਕਰਨੀ ਹੈ। BCom 1 ਤੋਂ ਲੈ ਕੇ MCom ਫਾਈਨਲ ਤੱਕ ਦੇ ਜਿਹੜੇ ਹੈਗੇ ਆ ਈਮੇਲ ਆਈਡੀਜ਼ ਤੁਹਾਨੂੰ ਇਸ ਇੰਸਟਰਕਸ਼ਨਸ ਵਾਲੀ ਇਹਨਾਂ ਗਾਈਡਲਾਈਨਸ ਦੇ ਵਿੱਚ ਮਿਲ ਜਾਣਗੇ, ਰਾਈਟ। ਸੋ ਇਹ ਤਾਂ ਸੀ ਜਿਹੜੀਆਂ ਆਪਣੀਆਂ ਗਾਈਡਲਾਈਨਸ ਤੁਹਾਨੂੰ ਇਸ਼ੂ ਕੀਤੀਆਂ ਹੋਈਆਂ ਆ, ਇਹਨਾਂ ਨੂੰ ਤੁਸੀਂ ਗੋ ਥਰੂ ਹੋਣਾ ਆ, ਡੋਂਟ ਟੇਕ ਇਟ ਲਾਈਟਲੀ। ਇਹ ਤਾਂ ਬਹੁਤ ਜ਼ਿਆਦਾ ਅਸੀਂ ਇਹਦੇ ਵਿੱਚ ਐਬਸਟਰੈਕਟ ਕਰ ਲਈਆਂ ਇੰਸਟਰਕਸ਼ਨਸ, ਤੁਸੀਂ ਯੂਨੀਵਰਸਿਟੀ ਵਾਲੀ ਕਈ ਵਾਰੀ ਪੜ੍ਹਨ ਨੂੰ ਹੋ ਜਾਂਦਾ ਬਹੁਤ ਜ਼ਿਆਦਾ ਹੈਗੀਆਂ ਨਾ ਜੀ, ਕੀ ਪੜ੍ਹਨਾ ਹੈ, ਬਟ ਗੋ ਥਰੂ ਹੋਣਾ ਜ਼ਰੂਰੀ ਹੈ, ਠੀਕ ਹੈ ਜੀ। ਸੋ ਇਹਨਾਂ ਨੂੰ ਗੋ ਥਰੂ ਹੋਣਾ ਹੈ ਤੁਸੀਂ। ਨੈਕਸਟ ਹੁਣ ਥੋੜਾ ਜਿਹਾ ਹੋਰ ਇਹਨੂੰ ਇਲੈਬੋਰੇਟ ਕਰਦੇ ਹਾਂ, ਇਹੀ ਚੀਜ਼ ਨੂੰ ਆਪਾਂ ਹੋਰ ਇਲੈਬੋਰੇਟ ਕਰਕੇ ਦੇਖਦੇ ਹਾਂ, ਜਿਸ ਕਰਕੇ ਅੱਜ ਦਾ ਸੈਸ਼ਨ ਆਪਾਂ ਇਹ ਰੱਖਿਆ ਹੈ। ਬੀਇੰਗ ਨਿਊ ਟੂ ਦਿਸ ਸਿਸਟਮ, ਜਿਹੜੇ BCom ਫਸਟ ਸੈਮ ਦੇ ਸਟੂਡੈਂਟ ਨੇ, ਕਿਉਂਕਿ ਜਿਹੜਾ ਸਕੂਲ ਤੋਂ ਬਾਅਦ ਇੱਧਰ ਕਾਲਜ ਦੇ ਵਿੱਚ ਆਉਣਾ ਤੇ ਯੂਨੀਵਰਸਿਟੀ ਦੇ ਅਕੋਰਡਿੰਗਲੀ ਸਿਸਟਮ ਜਿਹੜਾ ਹੈਗਾ ਆ ਉਹ ਅਸੀਂ ਫੋਲੋ ਕਰਦੇ ਹਾਂ। ਤਾਂ ਉਹਦੇ ਵਿੱਚ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਐਗਜ਼ਾਮ ਕੰਡਕਟ ਕਰਨੇ ਨੇ ਤੇ ਉਹਦੇ ਵਿੱਚ ਤੁਹਾਡੇ ਵੱਲੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਆ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਅਸੀਂ ਡਿਸਕਸ ਕਰਨੀਆਂ। ਸੋ ਫਸਟ ਆਫ ਆਲ ਤਾਂ ਐਗਜ਼ਾਮੀਨੇਸ਼ਨ ਦੇ ਸਟਾਰਟਿੰਗ ਦੇ ਰਿਗਾਰਡਿੰਗ ਗੱਲ ਹੈ। ਇਹ ਰਿਸਪੈਕਟਿਵਲੀ ਤੁਹਾਡੀ ਡੇਟ ਸ਼ੀਟਸ ਵਿੱਚ ਇਹਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ। ਤੁਹਾਡੇ ਕੋਲ ਤੁਹਾਡੇ ਪੇਪਰ ਦਾ ਟਾਈਮ ਕਿੰਨੇ ਵਜੇ ਆ ਉਹ ਵੀ ਮੈਂਸ਼ਨ ਹੋਏਗਾ, ਐਂਡ ਜਿਹੜਾ ਤੁਹਾਡਾ ਡੇਟਸ ਹੈਗੀਆਂ ਨੇ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਡੇਟ ਸ਼ੀਟ ਦੇ ਵਿੱਚ ਮਿਲ ਜਾਣਗੀਆਂ, ਐਂਡ ਇਹ ਸਾਰੀਆਂ ਤੁਹਾਨੂੰ ਆਲਰੇਡੀ ਸ਼ੇਅਰ ਕਰ ਦਿੱਤੀਆਂ ਗਈਆਂ ਤੁਹਾਡੇ ਗਰੁੱਪਸ ਵਿੱਚ, ਉਹਨਾਂ ਨੂੰ ਗੋ ਥਰੂ ਤੁਸੀਂ ਹੋ ਜਾਣਾ ਹੈ। ਵਨ ਮੋਰ ਥਿੰਗ, ਇਹ ਜਿਹੜੀ ਇਨਫੋਰਮੇਸ਼ਨ ਹੈਗੀ ਆ ਡੇਟ ਸ਼ੀਟ ਦੇ ਵਿੱਚ ਜਿਹੜੀ ਹੁੰਦੀ ਆ, ਇਹ ਥਰੂ ਆਊਟ ਐਗਜ਼ਾਮੀਨੇਸ਼ਨ ਤੁਹਾਡੀ ਸੇਮ ਰਹਿੰਦੀ ਆ, ਬਟ ਸਮਟਾਈਮਸ ਮਾਈਨਰ ਚੇਂਜਸ ਆ ਜਾਂਦੇ ਆ, ਕੋਈ ਇਸ਼ੂ ਖੜਾ ਹੋ ਜਾਂਦਾ ਤਾਂ ਉਹਦੇ ਕਰਕੇ ਡੇਟਸ ਜਿਹੜੀਆਂ ਉਹ ਚੇਂਜ ਕਰਨੀਆਂ ਪੈਂਦੀਆਂ ਨੇ। ਤਾਂ ਇਨ ਦੈਟ ਕੇਸ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰ ਦਿੱਤੀ ਜਾਂਦੀ ਆ, ਬਟ ਇਹਦੇ ਨਾਲ ਇਹ ਵੀ ਚੀਜ਼ ਦਾ ਧਿਆਨ ਰੱਖੋ ਕਿ ਤੁਸੀਂ ਖੁਦ ਜਿਹੜਾ ਆ ਸਾਈਟ ਨੂੰ ਜਿਹੜਾ ਆ ਉਹ ਵਿਜ਼ਿਟ ਕਰਦੇ ਰਹੋ। ਇਹਦੇ ਲਿੰਕਸ ਮੈਂ ਤੁਹਾਨੂੰ ਹੁਣੇ ਦੱਸਦਾ। ਸੋ ਇਹਨਾਂ ਨੂੰ ਤੁਸੀਂ ਡੇਟ ਸ਼ੀਟ ਨੂੰ ਜਿਹੜਾ ਆ ਹਰ ਵੇਲੇ ਆਪਣਾ ਸਾਹਮਣੇ ਰੱਖੋ, ਇੱਕ ਫਾਈਲ ਆਪਣੀ
ਰੈਡੀਲੀ ਤੁਹਾਡੇ ਕੋਲ ਅਵੇਲੇਬਲ ਹੋਏ, ਜਿੱਥੇ ਤੁਸੀਂ ਡੇਟਸ ਨੂੰ ਦੇਖ ਕੇ ਆਪਣਾ ਐਗਜ਼ਾਮ ਜਿਹੜਾ ਆ ਕੁਝ ਲਿੰਕਸ ਨੇ ਜਿਹੜੇ ਤੁਹਾਨੂੰ ਇਹਦੇ ਵਿੱਚ ਹੈਲਪ ਕਰਨਗੇ। ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਵੈਬਸਾਈਟ ਦਾ ਲਿੰਕ ਹੈ, ਇਹਨੂੰ ਤੁਸੀਂ ਧਿਆਨ 'ਚ ਰੱਖੋ। ਦੇਰ ਆਫਟਰ ਇੱਕ ਲਿੰਕ ਤੁਸੀਂ ਇੱਕ ਲਿੰਕ ਨੂੰ ਧਿਆਨ 'ਚ ਰੱਖ ਲਓ, ਬੁੱਕਮਾਰਕ ਕਰਕੇ ਰੱਖ ਲਓ। ਉਸ ਤੋਂ ਹੀ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਸੌਰਟ ਆਊਟ ਹੋ ਜਾਂਦੀਆਂ ਆ। ਲਾਈਕ pucht.ac.in ਪੰਜਾਬ ਯੂਨੀਵਰਸਿਟੀ ਦਾ ਪੇਜ ਹੈ। ਇਸੇ ਤਰ੍ਹਾਂ ਹੀ ਤੁਹਾਡੇ ਕੋਲ ਇਹ ਪੇਜ ਓਪਨ ਹੋਏਗਾ। ਤੁਹਾਡੇ ਕੋਲ ਯੂਨੀਵਰਸਿਟੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹਦੇ ਵਿੱਚ ਮਿਲ ਜਾਏਗੀ। ਤੁਹਾਡੇ ਕੋਲ ਇਹੀ ਇੱਕ ਅਥੈਂਟਿਕ ਸੋਰਸ ਆ ਜਿੱਥੋਂ ਤੁਹਾਨੂੰ ਤੁਹਾਡੇ ਐਗਜ਼ਾਮੀਨੇਸ਼ਨ ਰਿਗਾਰਡਿੰਗ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਮਿਲ ਸਕਦੀ ਹੈ। ਜਿਹੜੇ ਬਾਕੀ ਦੇ ਲਿੰਕ ਪ੍ਰੈਜੈਂਟੇਸ਼ਨ ਦੇ ਵਿੱਚ ਦੇਖੇ ਹੈਗੇ ਆਪਾਂ, ਇਹ ਸਾਰੇ ਲਿੰਕਸ ਇਸੇ ਜਗ੍ਹਾ ਤੋਂ ਤੁਸੀਂ ਐਕਸੈਸ ਕਰ ਸਕਦੇ ਆ। ਸੋ ਯੂਨੀਵਰਸਿਟੀ ਦੀ ਵੈਬਸਾਈਟ ਦਾ ਲਿੰਕ ਤੁਸੀਂ ਧਿਆਨ 'ਚ ਰੱਖ ਲਓ ਤੇ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਆ ਇਸੇ ਦੇ ਥਰੂ ਐਕਸੈਸ ਕਰ ਸਕਦੇ ਆ। ਕੋਈ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਏਗੀ। ਜਿਹੜਾ ਤੁਹਾਡਾ ਐਗਜ਼ਾਮੀਨੇਸ਼ਨ ਦਾ ਸਾਰਾ ਕੰਮ ਹੋਏਗਾ ਉਹ ਇਸ ਐਗਜ਼ਾਮੀਨੇਸ਼ਨ ਦੇ ਲਿੰਕ ਦੇ ਅੰਡਰ ਹੋਏਗਾ। ਵਿਜ਼ੀਬਲ ਹੈ ਸਾਰਿਆਂ ਨੂੰ? Is it visible? Yes, visible है sir. Okay. So examination ਦੇ ਅੰਦਰ ਤੁਹਾਡੇ ਕੋਲ ਡੇਟ ਸ਼ੀਟਸ ਆ ਜਾਣਗੀਆਂ, UG ਐਗਜ਼ਾਮੀਨੇਸ਼ਨ, PG ਐਗਜ਼ਾਮੀਨੇਸ਼ਨ, ਹਰੇਕ ਚੀਜ਼ ਜਿਹੜੀ ਹੈ ਤੁਹਾਨੂੰ ਇਸੇ ਪੋਰਟਲ ਦੇ ਅੰਡਰ ਮਿਲ ਜਾਏਗੀ। ਫਸਟ ਆਫ ਆਲ ਆਪਾਂ ਡੇਟ ਸ਼ੀਟਸ ਦੇ ਉੱਤੇ ਕਲਿੱਕ ਕਰਦੇ ਹਾਂ ਕਿਉਂਕਿ ਉਹੀ ਪੇਜ ਓਪਨ ਹੋ ਜਾਂਦਾ ਜਿਹਦੇ ਵਿੱਚ ਤੁਹਾਨੂੰ ਬਾਕੀ ਸਾਰੇ ਲਿੰਕ ਵੀ ਮਿਲ ਜਾਂਦੇ ਆ। ਸੋ ਡੇਟ ਸ਼ੀਟਸ ਨੂੰ ਓਪਨ ਕਰਦੇ ਹਾਂ। ਆਹ ਜਿਹੜਾ ਪੇਜ ਹੈ, ਇਸ ਪੇਜ ਦੇ ਉੱਤੇ ਬਾਕੀ ਦੇ ਸਾਰੇ ਲਿੰਕ ਤੁਹਾਨੂੰ ਮਿਲ ਜਾਣਗੇ। ਆਹ ਡੇਟ ਸ਼ੀਟਸ ਨੇ, ਇਹਦੇ ਵਿੱਚ ਤੁਹਾਡੇ ਕੋਲ ਅੰਡਰ ਗ੍ਰੈਜੂਏਟ ਕੋਰਸ ਦੀਆਂ ਡੇਟ ਸ਼ੀਟਸ ਨੇ। ਜਿਹੜੇ BCom ਸਟੂਡੈਂਟਸ ਨੇ ਉਹ ਅੰਡਰ ਗ੍ਰੈਜੂਏਟ ਕੋਰਸ ਨੂੰ ਦੇਖਣਗੇ ਤਾਂ ਉਹਨਾਂ ਦੀ ਡੇਟ ਸ਼ੀਟਸ ਇਹਦੇ ਵਿੱਚ ਆ ਜਾਣਗੀਆਂ। ਜਿਹੜੇ MCom ਸਟੂਡੈਂਟਸ ਨੇ ਉਹ ਪੋਸਟ ਗ੍ਰੈਜੂਏਟ ਕੋਰਸਿਸ ਨੂੰ ਦੇਖਣਗੇ, ਪੋਸਟ ਗ੍ਰੈਜੂਏਟ ਦੀਆਂ ਡੇਟ ਸ਼ੀਟਸ ਉਹਨਾਂ ਦੀਆਂ ਆ ਜਾਣਗੀਆਂ। ਦੈਨ another important link here is this notice board, right? ਨੋਟਿਸ ਬੋਰਡ, ਇਸ ਜਗ੍ਹਾ ਦੇ ਉੱਤੇ ਤੁਹਾਨੂੰ ਹਰੇਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਹਰੇਕ ਅਪਡੇਟ ਜਿਹੜੀ ਹੈਗੀ ਆ, ਕੋਈ ਵੀ ਯੂਨੀਵਰਸਿਟੀ ਵੱਲੋਂ ਨਵੀਂ ਕੋਈ ਗਾਈਡਲਾਈਨਸ ਆਉਂਦੀਆਂ ਆ, ਕੋਈ ਐਗਜ਼ਾਮ ਨਾਲ ਰਿਲੇਟਡ ਅਪਡੇਟ ਆਉਂਦੀ ਆ, ਉਹ ਤੁਹਾਨੂੰ ਇਸ ਦੇ ਅੰਡਰ ਮਿਲ ਜਾਏਗੀ। ਨੋਟੀਫਿਕੇਸ਼ਨ ਜਿਹੜੀਆਂ ਹੈਗੀਆਂ ਸਾਰੀਆਂ ਤੁਹਾਡੀਆਂ ਇੱਥੇ ਉਹਨਾਂ ਨੇ ਜਾਰੀ ਕੀਤੀਆਂ ਹੋਈਆਂ। ਸੋ ਇਹ ਜਿਹੜਾ ਪੋਰਟਲ ਆ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਥਰੂ ਆਊਟ ਐਗਜ਼ਾਮੀਨੇਸ਼ਨ। ਇਹਨਾਂ ਨੂੰ ਤੁਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਆ ਉਹ ਵਾਊਚ ਕਰਦੇ ਰਹੋ, ਚੈੱਕ ਕਰਦੇ ਰਹੋ, ਇਹਨੂੰ ਦੇਖਦੇ ਰਹੋ, ਠੀਕ ਹੈ। ਲਾਈਕ ਆ ਦੇਖੋ ਤੁਹਾਡੇ ਕੋਲ ਜਿਹੜੀਆਂ ਤੁਹਾਨੂੰ ਆਨਸਰ ਬੁੱਕਸ ਦੇ ਰਿਗਾਰਡਿੰਗ ਬੱਚਿਆਂ ਦੀਆਂ ਬਹੁਤ ਕੁਐਰੀਜ਼ ਆਉਂਦੀਆਂ ਕਿ ਵੀ ਅਸੀਂ ਮੈਨੂੰ ਫੋਟੋ ਭੇਜਦੇ ਨੇ ਕਿ ਆਹ ਪੇਪਰ ਅਸੀਂ ਯੂਜ਼ ਕਰ ਲਈਏ। ਤੁਹਾਨੂੰ ਅਪਡੇਟਡ ਆਨਸਰ ਸ਼ੀਟ ਦਾ ਜਿਹੜੀ ਰਿਪਰੈਜ਼ੈਂਟੇਟਿਵ ਕਾਪੀ ਆ ਉਹ ਇਸੇ ਜਗ੍ਹਾ ਦੇ ਉੱਤੇ ਮਿਲ ਜਾਏਗੀ। ਆ ਦੇਖੋ, ਰਿਪਰੈਜ਼ੈਂਟੇਟਿਵ ਕਾਪੀ ਆਫ ਆਨਸਰ ਸ਼ੀਟ ਫॉर PG ਕੋਰਸਿਸ 24 ਪੇजेस, PG ਕੋਰਸਿਸ ਵਾਸਤੇ ਮਤਲਬ MCom ਦੇ ਸਟੂਡੈਂਟਸ ਵਾਸਤੇ 24 ਪੇजेस ਦਾ ਜਿਹੜਾ ਹੈਗਾ ਆ 24 ਪੇजेस ਦੀ ਆਨਸਰ ਸ਼ੀਟ ਆ। ਮੇਨ ਇਹਦੇ ਵਿੱਚ ਆਪਣੇ ਕੋਲ ਫਰਸਟ ਜਿਹੜਾ ਪੇਜ ਆ ਉਹੀ ਹੁੰਦਾ ਆ। ਤੁਸੀਂ ਫਰਸਟ ਪੇਜ ਜਿਹੜਾ ਹੈ ਉਹਨੂੰ ਪ੍ਰਿੰਟ ਆਊਟ ਕਰ ਲਓ, ਕਢਵਾ ਲਓ, ਫੋਟੋਕਾਪੀਜ਼ ਕਰਵਾ ਲਓ ਉਹਨਾਂ ਦੀਆਂ ਤੇ ਉਹਨਾਂ ਨੂੰ ਯੂਜ਼ ਕਰ ਲਓ ਆਪਣੀ ਹਰੇਕ ਆਨਸਰ ਸ਼ੀਟ ਦੇ ਲਈ, ਰਾਈਟ। ਪੈਟਰਨ ਤੁਹਾਨੂੰ ਇਹਨਾਂ ਨੇ ਦੇ ਦਿੱਤਾ ਆ, ਇਸ ਪੈਟਰਨ ਦੇ ਮੁਤਾਬਿਕ ਤੁਹਾਡਾ ਹੋਣਾ ਚਾਹੀਦਾ ਆ। ਕੋਈ ਵੀ ਪੁਰਾਣੇ ਜਿਹੜੇ ਫਾਰਮੈਟ ਨੇ ਉਹਨਾਂ ਦੇ ਵਿੱਚ ਆਨਸਰ ਸ਼ੀਟ ਨਾ ਭੇਜੇ। ਕੁਝ ਬੱਚੇ ਕਰਦੇ ਕਿ ਹਾਂਜੀ ਪੁਰਾਣੀਆਂ ਸ਼ੀਟਸ ਪਈਆਂ ਸੀਗੀਆਂ ਜੀ, ਉਹੀ ਵਾਲੀਆਂ ਅਸੀਂ ਵਰਤੀਆਂ, ਬਟ ਟਾਈਟਲ ਪੇਜ ਫਰੰਟ ਵਾਲਾ ਪੇਜ ਤਾਂ ਆਪਣਾ ਇਹਦੇ ਮੁਤਾਬਿਕ ਹੀ ਤੁਸੀਂ ਰੱਖੋ। ਸੋ ਇਹ ਦੋਨੋਂ ਤੁਹਾਨੂੰ ਇੱਥੇ ਕਾਪੀਜ਼ ਅਵੇਲੇਬਲ ਨੇ, ਠੀਕ ਹੈ। ਇਹ ਤੁਹਾਨੂੰ ਸ਼ੇਅਰ ਵੀ ਕੀਤੀਆਂ ਗਈਆਂ ਨੇ, ਇਹਨੂੰ ਤੁਸੀਂ ਦੇਖਦੇ ਰਹਿਣਾ ਉਹਦੇ ਵਿੱਚ। ਇਹਨੂੰ ਇੱਕ ਵਾਰ ਗੋ ਥਰੂ ਹੋ ਜਾਓ। ਜ਼ਿਆਦਾ ਕੋਈ ਦਿੱਕਤ ਹੈ, ਤੁਸੀਂ ਪੇਪਰ ਲਏ ਹੋਏ ਨੇ ਤਾਂ ਫਰਸਟ ਪੇਜ ਕਮ ਸੇ ਕਮ ਇਹਨਾਂ ਦਾ ਪ੍ਰਿੰਟ ਆਊਟ ਕੱਢ ਲਓ, ਇਹਨਾਂ ਦੇ ਵਿੱਚੋਂ ਕਾਪੀ ਲੈ ਕੇ ਉਹਦਾ ਪ੍ਰਿੰਟ ਆਊਟ ਕਢਵਾ ਲਓ ਐਂਡ ਉਹਨੂੰ ਤੁਸੀਂ ਬਾਕੀ ਫੋਟੋਕਾਪੀ ਕਰ ਲਓ, ਨਾਲ ਉਹਦੇ ਅਟੈਚ ਕਰ ਲਓ। ਫਰਸਟ ਪੇਜ ਜਿਹੜਾ ਤੁਹਾਡਾ ਇਹ ਹੋਏ, ਫਰਸਟ ਪੇਜ ਜਿਹੜਾ ਆਨਸਰ ਸ਼ੀਟ ਦਾ,
ਐਂਡ ਟਾਈਟਲ ਪੇਜ ਦੇ ਉੱਤੇ ਤੁਸੀਂ ਆਪਣਾ ਰੋਲ ਨੰਬਰ ਅਟੈਚ ਕਰਨਾ ਜਿਹੜਾ ਤੁਹਾਨੂੰ ਮਿਲਿਆ ਕਾਲਜ ਤੋਂ। ਠੀਕ ਹੈ ਜੀ, ਪਹਿਲਾਂ ਤੁਹਾਡੇ ਕੋਲ ਆਏਗਾ ਰੋਲ ਨੰਬਰ ਜਿਹੜਾ ਤੁਹਾਡੇ ਕੋਲ ਐਡਮਿਟ ਕਾਰਡ ਕਾਲਜ ਤੋਂ ਤੁਸੀਂ ਲੈ ਕੇ ਗਏ ਹੋ। ਉਸ ਤੋਂ ਬਾਅਦ ਤੁਸੀਂ ਆਪਣੀ ਆਨਸਰ ਸ਼ੀਟ ਜਿਹੜੀ ਹੈ ਪਿੱਛੇ ਸਾਰੀ ਸਕੈਨ ਕਰ ਦੇਣੀ। ਉਹਦਾ ਫਰਸਟ ਪੇਜ ਜਿਹੜਾ ਹੋਏਗਾ ਜਿਹਦੇ ਉੱਤੇ ਤੁਸੀਂ ਆਪਣੀ ਡਿਟੇਲ ਭਰਨੀ ਹੈ ਰਿਪਰੈਜ਼ੈਂਟੇਟਿਵ ਕਾਪੀ 'ਚ ਤੁਸੀਂ ਦੇਖ ਸਕਦੇ ਹੋ। ਜਿਹੜੇ ਯੂਜੀ ਕੋਰਸ ਨੇ ਉਹਨਾਂ ਦੀਆਂ 20 ਪੇजेस ਦੀਆਂ ਸ਼ੀਟਸ ਨੇ, ਮਤਲਬ ਕਿ ਬੀਕਾਮ ਸਟੂਡੈਂਟਸ ਜਿਹੜੇ ਹੈਗੇ ਆ ਅੰਡਰ ਗ੍ਰੈਜੂਏਟ ਵਾਲੇ ਨੇ ਉਹ 20 ਪੇजेस ਵਰਤਣਗੇ ਐਂਡ ਜਿਹੜੇ ਪੀਜੀ ਵਾਲੇ ਨੇ ਉਹ 24 ਪੇजेस ਜਿਹੜੇ ਹੈਗੇ ਉਹ ਯੂਜ਼ ਕਰ ਸਕਦੇ ਆ, ਰਾਈਟ। ਮੈਂ ਤੁਹਾਨੂੰ ਸ਼ੀਟ ਇਹਦੀ ਓਪਨ ਵੀ ਕਰਕੇ ਦਿਖਾ ਦਿੰਦਾ। ਸੋ ਦਿਸ ਇਜ਼ ਯੂਰ ਫਰਸਟ ਪੇਜ ਜਿਹੜਾ ਤੁਹਾਡੀ ਆਨਸਰ ਸ਼ੀਟ ਹੈਗੀ ਆ। ਬਾਕੀ ਸਾਰੇ ਬਲੈਂਕ ਹੀ ਨੇ, ਉਹਨਾਂ ਦੇ ਵਿੱਚ ਕੋਈ ਇਦਾਂ ਨਹੀਂ ਹੈ ਕਿ ਕੁਝ ਖਾਸ ਦਿੱਤਾ ਹੋਏਗਾ, ਸਾਰੀਆਂ ਬਲੈਂਕ ਨੇ ਬਾਕੀ ਦੀਆਂ ਸ਼ੀਟਸ। ਠੀਕ ਹੈ, ਸੋ ਮਤਲਬ ਤੁਸੀਂ ਟੋਟਲ 24 ਸ਼ੀਟਸ ਜਿਹੜੀਆਂ ਆ ਪੀਜੀ ਸਟੂਡੈਂਟਸ ਨੇ ਉਹਨਾਂ ਨੇ ਯੂਜ਼ ਕਰਨੀਆਂ। ਫਰਸਟ ਆ ਪੇਜ ਹੋਏਗਾ ਤੁਹਾਡਾ। ਸੇਮ ਇਹ ਜਿਹੜਾ ਹੈਗਾ ਆ ਉਹ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟਸ ਨੇ ਉਹਨਾਂ ਦਾ ਵੀ ਸੇਮ ਇਸੇ ਤਰ੍ਹਾਂ ਦਾ ਹੀ ਆ, ਸਿਰਫ ਉਹਨਾਂ ਦੇ ਪੇजेस ਦਾ ਜਿਹੜਾ ਫਰਕ ਹੈ, ਅਦਰਵਾਈਜ਼ ਸ਼ੀਟ ਜਿਹੜੀ ਹੈਗੀ ਉਹ ਸੇਮ ਹੈ, ਰਾਈਟ। ਸੋ ਇਸ ਜਿਹੜਾ ਪੇਜ ਨੂੰ ਜਿਹੜਾ ਤੁਸੀਂ ਫਰਸਟ ਪੇਜ ਜਿਹੜਾ ਹੈਗਾ ਇਹਨੂੰ ਪ੍ਰਿੰਟ ਆਊਟ ਕਢਵਾ ਲਓ। ਜਿੰਨੇ ਤੁਹਾਡੇ ਪੇਪਰ ਨੇ ਉਨੀਆਂ ਹੀ ਸ਼ੀਟਸ ਲੱਗਣੀਆਂ। ਸਪੋਜ਼ 6 ਪੇਪਰ ਨੇ ਤਾਂ 6 ਸ਼ੀਟਸ ਹੀ ਤੁਹਾਡੀਆਂ ਇਹ ਵਾਲੀਆਂ ਪਹਿਲੀਆਂ ਨੇ ਲੱਗਣਗੀਆਂ। ਪੁਰਾਣੀਆਂ ਸ਼ੀਟਸ ਪਈਆਂ ਨੇ ਤਾਂ ਉਹਨਾਂ ਦੇ ਮੂਹਰੇ ਆਹ ਪੇਜ ਪ੍ਰਿੰਟ ਆਊਟ ਕੱਢ ਕੇ ਜਿਹੜੇ ਆ ਉਹ ਤੁਸੀਂ ਯੂਜ਼ ਕਰਨੇ ਆ। ਸੋ ਇਸੇ ਤਰ੍ਹਾਂ ਹੀ ਤੁਹਾਡੇ ਕੋਲ ਲਿੰਕ ਨੇ ਜਿੱਥੇ ਤੁਹਾਡੇ ਕੋਲ ਪੇਪਰ ਨੈਕਸਟ ਆਪਣੇ ਕੋਲ ਜਿਹੜੀ ਗੱਲ ਆ ਜਾਂਦੀ ਆ ਨੈਕਸਟ ਜਿਹੜੀ ਆਪਣੇ ਕੋਲ ਗੱਲ ਆਉਂਦੀ ਹੈ ਉਹ ਹੈ ਕਿ ਆ ਬਾਕੀ ਦੇ ਜਿਹੜੇ ਐਗਜ਼ਾਮੀਨੇਸ਼ਨ ਨਾਲ ਰਿਲੇਟਡ ਆਪਾਂ ਪਹੁੰਚ ਗਏ ਆ, ਡੇਟ ਸ਼ੀਟਸ ਦੇਖ ਲਈਆਂ, ਨੋਟਿਸ ਬੋਰਡ ਦੇਖ ਲਿਆ ਐਂਡ ਦੈਨ ਆਪਣੇ ਕੋਲ ਆ ਜਾਂਦੀ ਕਿ ਤੁਹਾਡੇ ਕੋਲ ਕੁਐਸਚਨ ਪੇਪਰ ਤੁਸੀਂ ਕਿੱਥੋਂ ਡਾਊਨਲੋਡ ਕਰਨੇ ਨੇ। ਕੁਐਸਚਨ ਪੇਪਰਸ ਵਾਸਤੇ ਸਾਡੇ ਕੋਲ ਤੁਹਾਡੇ ਕੋਲ 2 ਲਿੰਕਸ ਇਸੇ ਜਗ੍ਹਾ ਦੇ ਉੱਤੇ ਮਿਲ ਜਾਂਦੇ ਆ। ਸੇਮ ਪੇਜ ਹੈ, ਆਪਾਂ ਨੋਟਿਸ ਬੋਰਡ ਦੇਖੇ, ਇੱਥੇ ਡੇਟ ਸ਼ੀਟਸ ਦੇਖੀਆਂ। ਇਸੇ ਪੇਜ ਦੇ ਉੱਤੇ ਤੁਹਾਡੇ ਕੋਲ ਅੰਡਰ ਗ੍ਰੈਜੂਏਟ ਐਗਜ਼ਾਮੀਨੇਸ਼ਨਸ ਦੇ ਲਈ ਹੈ, ਇਸੇ ਪੇਜ ਦੇ ਉੱਤੇ ਪੋਸਟ ਗ੍ਰੈਜੂਏਟ ਐਗਜ਼ਾਮੀਨੇਸ਼ਨਸ ਦਾ ਲਿੰਕ ਹੈ, ਰਾਈਟ। ਸੋ ਤੁਸੀਂ ਇਸੇ ਜਗ੍ਹਾ ਤੋਂ ਇਸੇ ਪੰਜਾਬ ਯੂਨੀਵਰਸਿਟੀ ਸਾਈਟ ਓਪਨ ਕਰਕੇ ਐਗਜ਼ਾਮੀਨੇਸ਼ਨ ਦੇ ਵਿੱਚ ਤੁਸੀਂ ਜਿਸਲੇ ਜਾਓਗੇ this web page will be there and undergraduate examinations ਦੇ ਅੰਡਰ ਜਾ ਕੇ ਤੁਸੀਂ ਜਾਣਾ ਆ ਡਾਊਨਲੋਡ ਕੁਐਸਚਨ ਪੇਪਰਸ। ਪੀਜੀ ਵਾਲਿਆਂ ਦਾ ਵੀ ਸੇਮ ਇਸੇ ਤਰ੍ਹਾਂ ਹੀ ਹੈ, ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਆਪਣੀ ਪੀਜੀ ਵਿੱਚ ਜਾਣਗੇ ਤੇ ਆਪਣਾ ਡਾਊਨਲੋਡ ਕੁਐਸਚਨ ਪੇਪਰਸ ਵਿੱਚ ਜਾਣਗੇ। ਇੱਥੇ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਆ, ਇੱਥੇ ਤੁਸੀਂ ਕੁਐਸਚਨ ਪੇਪਰ ਆਪਣਾ ਡਾਊਨਲੋਡ ਕਰ ਸਕਦੇ ਹੋ। ਇੱਥੋਂ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ, ਤੁਹਾਡਾ ਕੰਮ ਸਿਰਫ ਇੱਥੋਂ ਕੁਐਸਚਨ ਪੇਪਰ ਡਾਊਨਲੋਡ ਤੱਕ ਦਾ ਹੀ ਆ। ਇਸੇ ਜਗ੍ਹਾ ਤੇ ਤੁਹਾਨੂੰ ਨੋਟਿਸ ਬੋਰਡ ਵੀ ਮਿਲ ਜਾਂਦਾ ਹੈ, ਇੱਥੇ ਵੀ ਮਿਲ ਜਾਂਦਾ ਹੈ ਨੋਟਿਸ ਬੋਰਡ, ਤੁਸੀਂ ਇੱਥੋਂ ਵੀ ਦੇਖ ਸਕਦੇ ਆ। ਠੀਕ ਹੈ, ਸਾਰੇ ਇੰਪੋਰਟੈਂਟ ਲਿੰਕ ਤੁਹਾਨੂੰ ਇਸ ਜਗ੍ਹਾ ਤੇ ਵੀ ਮਿਲ ਜਾਣਗੇ। ਸਕੈਨਿੰਗ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ, ਕਿੱਦਾਂ ਕਰਨਾ ਆ, ਬਟ ਇਹਦੇ ਬਾਰੇ ਤੁਹਾਨੂੰ ਅਸੀਂ ਵੀ ਦੱਸ ਦੇਣਾ ਹੈ। ਸੋ ਤੁਸੀਂ ਜਿਹੜੀਆਂ ਇੰਸਟਰਕਸ਼ਨਸ ਤੁਹਾਨੂੰ ਦੇਵਾਂਗੇ ਉਹਦੇ ਮੁਤਾਬਿਕ ਸਾਰਾ ਤੁਸੀਂ ਕਰਦੇ ਰਹਿਣਾ। ਕੁਐਸਚਨ ਪੇਪਰ ਤੁਹਾਨੂੰ ਯੂਨੀਵਰਸਿਟੀ ਦੀਆਂ ਗਾਈਡਲਾਈਨਸ ਦੇ ਵਿੱਚ ਹੈ ਕਿ ਵੀ ਤੁਸੀਂ ਇਹ ਕਰਨੇ ਨੇ। ਠੀਕ ਹੈ, ਸੋ ਅਲਟਰਨੇਟਿਵਲੀ ਟੀਚਰਸ ਵੀ ਤੁਹਾਨੂੰ ਕੁਐਸਚਨ ਪੇਪਰ ਸ਼ੇਅਰ ਕਰ ਦੇਣਗੇ। ਬਾਈ ਚਾਂਸ ਕਿਸੇ ਸਟੂਡੈਂਟ ਦੇ ਕੋਲ ਵੈਬਸਾਈਟ ਨਹੀਂ ਓਪਨ ਹੋ ਰਹੀ, ਕੋਈ ਹੋਰ ਦਿੱਕਤ ਆ ਜਾਂਦੀ ਹੈ ਤਾਂ ਕੁਐਸਚਨ ਪੇਪਰ ਤੁਹਾਡੇ ਤੱਕ ਪਹੁੰਚ ਹੀ ਜਾਏਗਾ ਕਿਸੇ ਨਾ ਕਿਸੇ ਤਰੀਕੇ। ਠੀਕ ਹੈ ਜੀ, ਤਾਂ ਤੁਹਾਡੇ ਗਰੁੱਪਸ ਵਿੱਚ ਕੁਐਸਚਨ ਪੇਪਰ ਜਿਹੜੇ ਹੈਗੇ ਉਹ ਸ਼ੇਅਰ ਕਰ ਦਿੱਤੇ ਜਾਣੇ ਆ। ਇਹ ਹੈਗੇ ਤੁਹਾਡੇ ਕੋਲ ਜਿਹੜੇ ਇੰਪੋਰਟੈਂਟ ਲਿੰਕਸ ਨੇ। ਇਹਨਾਂ ਦੇ ਵਿੱਚ ਇੰਪੋਰਟੈਂਟ ਲਿੰਕ ਜਿਹੜੇ ਆ ਉਹ ਤੁਹਾਡੀ ਡੇਟ ਸ਼ੀਟ ਨੂੰ ਤੁਸੀਂ ਦੇਖਦੇ ਰਹਿਣਾ। ਇੱਕ ਨੋਟਿਸ ਬੋਰਡ ਜਿਹੜਾ ਹੈਗਾ ਆ ਇਹਨੂੰ ਤੁਸੀਂ ਟਾਈਮ ਟੂ ਟਾਈਮ ਚੈੱਕ ਜ਼ਰੂਰ ਕਰਨਾ ਹੈਗਾ ਆ, ਇਹਨੂੰ ਤੁਸੀਂ ਦੇਖਦੇ ਰਹੋ। ਜਿਹੜੇ ਤੁਹਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਆ ਉਹਨੂੰ ਤੁਸੀਂ ਕ੍ਰਾਸ ਚੈੱਕ ਕਰੋ। ਠੀਕ ਹੈ, ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਤੁਹਾਡੇ ਹੋਰ ਸੋਸ਼ਲ ਮੀਡੀਆ ਦੇ ਜਿਹੜੇ ਵੀ ਚੈਨਲਸ ਹੈਗੇ ਆ ਉੱਥੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਪੇਪਰ ਕੈਂਸਲ ਹੋ ਗਿਆ, ਪੇਪਰ ਪੋਸਟਪੋਨ ਹੋ ਗਿਆ ਜੀ, ਡੇਟ ਸ਼ੀਟ ਦੇ ਵਿੱਚ ਅਪਡੇਟ ਆ ਗਈ ਆ, ਉਹਨੂੰ ਕ੍ਰਾਸ ਚੈੱਕ ਕਰੋ। ਕ੍ਰਾਸ ਚੈੱਕ ਕਰਨ ਦਾ ਤੁਹਾਡੇ ਕੋਲ ਜ਼ਰੀਆ ਸਿਰਫ ਤੇ ਸਿਰਫ ਆਹੀ ਹੈ, ਯੂਨੀਵਰਸਿਟੀ ਦੀ ਵੈਬਸਾਈਟ ਤੁਸੀਂ ਓਪਨ ਕਰੋ, ਉਸ ਜਗ੍ਹਾ ਤੋਂ ਹੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲਣੀ ਹੈ।
ਤੇ ਸਿਰਫ ਉਹੀ ਇਨਫੋਰਮੇਸ਼ਨ ਆਥੈਂਟਿਕ ਆ। ਕਿਸੇ ਵੀ ਹੋਰ ਇਨਫੋਰਮੇਸ਼ਨ ਤੇ ਕੋਈ WhatsApp ਦੇ ਉੱਤੇ ਘੁੰਮ ਰਿਹਾ ਜੀ, ਲੈਟਰ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਹੋਇਆ ਆ, ਵੈਰੀਫਾਈ ਕਰੋ ਉਹਨੂੰ ਪਹਿਲਾਂ ਚੈੱਕ ਕਰੋ ਕਿ ਵੀ ਹਾਂ ਇਹ ਆ ਕਿੱਥੋਂ ਰਿਹਾ, ਪਹਿਲਾਂ ਤਾਂ ਸੋਰਸ ਦੇਖੋ ਆਥੈਂਟਿਕ ਸੋਰਸ ਹੈ ਕਿ ਨਹੀਂ ਹੈ। ਠੀਕ ਹੈ, ਸੋ ਤੁਹਾਡੇ ਵਾਸਤੇ ਆਥੈਂਟਿਕ ਸੋਰਸ ਸਿਰਫ ਤੇ ਸਿਰਫ ਯੂਨੀਵਰਸਿਟੀ ਦੀ ਵੈਬਸਾਈਟ ਹੈ, ਰਾਈਟ। ਮੈਨੂੰ ਤੁਸੀਂ ਕੁਐਰੀ ਕਰੋਗੇ, ਮੈਂ ਵੀ ਯੂਨੀਵਰਸਿਟੀ ਦੀ ਵੈਬਸਾਈਟ ਓਪਨ ਕਰਕੇ ਹੀ ਤੁਹਾਨੂੰ ਦੱਸੂਗਾ ਕਿ ਬਈ ਹਾਂਜੀ ਠੀਕ ਹੈ ਕਿ ਨਹੀਂ ਠੀਕ ਹੈ। ਟਾਈਮ ਸਲੋਟਸ ਜਿਹੜੇ ਹੈਗੇ, ਨੈਕਸਟ ਆਪਣੇ ਕੋਲ ਹੈਗਾ ਕਿ ਪੇਪਰਸ ਵਿੱਚ ਤੁਸੀਂ ਜਿਹੜਾ ਅਪੀਅਰ ਹੋਣ ਦਾ ਟਾਈਮ ਸਲੋਟ ਤੁਹਾਡੇ, ਮੈਂ ਪਹਿਲਾਂ ਹੀ ਦੱਸਦਾ ਆ, ਡੇਟ ਸ਼ੀਟਸ ਦੇ ਉੱਪਰ ਟਾਈਮ ਮੈਂਸ਼ਨ ਹੁੰਦਾ ਆ ਜਿਹਦੇ ਅਕੋਰਡਿੰਗਲੀ ਤੁਸੀਂ ਆਪਣਾ ਪੇਪਰ ਅਪੀਅਰ ਹੋਣਾ ਆ। ਠੀਕ ਹੈ, ਸੋ ਮਾਰਨਿੰਗ ਜਿਹਨਾਂ ਦਾ ਸੈਸ਼ਨ ਹੋਏਗਾ ਉਹ 9:30 ਤੋਂ 12:30 ਤੱਕ ਹੋਏਗਾ। ਈਵਨਿੰਗ ਜਿਹੜਾ ਹੋਏਗਾ ਉਹ 1:30 to 4:30 PM ਹੈ। ਤੁਹਾਨੂੰ ਇੰਸਟਰਕਸ਼ਨਸ ਵੀ ਇਹਦੇ ਰਿਗਾਰਡਿੰਗ ਸ਼ੇਅਰ ਕੀਤੀਆਂ ਹੋਈਆਂ ਹੈ। ਨੈਕਸਟ ਬਾਕੀ ਚੀਜ਼ਾਂ ਆਪਾਂ ਆਲਰੇਡੀ ਦੇਖ ਚੁੱਕੇ ਹਾਂ, ਡੇਟ ਸ਼ੀਟਸ ਐਂਡ ਨੋਟਿਸ ਬੋਰਡ ਦੇ ਰਿਗਾਰਡਿੰਗ। ਸੋ ਇਹਨੂੰ ਤੁਸੀਂ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ। ਇਹ ਵੀ ਡਾਊਨਲੋਡਿੰਗ ਦੇ ਰਿਗਾਰਡਿੰਗ ਆ। ਤੁਹਾਡੇ ਕੋਲ ਨੀਅਰ ਅਬਾਊਟ 9:15 9:10 ਵਜੇ ਤੱਕ, 9 ਵਜੇ ਤੱਕ ਹੱਦ 9 9:15 ਵਜੇ ਤੱਕ ਪੇਪਰ ਪੈ ਜਾਂਦਾ ਆ, ਜਿਹੜਾ ਯੂਨੀਵਰਸਿਟੀ ਦਾ ਪੋਰਟਲ ਹੈ, ਰਾਈਟ। ਦੈਨ ਉਸ ਤੋਂ ਬਾਅਦ ਤੁਹਾਡੇ ਕੋਲ ਪੇਪਰ ਜਿਹੜਾ ਆ ਉਹ ਸ਼ੇਅਰ ਕਰ ਦਿੱਤਾ ਜਾਏਗਾ, ਤੁਸੀਂ ਖੁਦ ਡਾਊਨਲੋਡ ਕਰ ਲਿਆ। ਬਟ ਇਸ ਚੀਜ਼ ਦਾ ਪੂਰਾ ਧਿਆਨ ਰੱਖਣਾ ਆ, ਤੁਸੀਂ ਆਪਣਾ ਪੇਪਰ, ਸਹੀ ਪੇਪਰ ਡਾਊਨਲੋਡ ਕਰੋ। ਮਲਟੀਪਲ ਪੇਪਰਸ ਵੀ ਉੱਥੇ ਹੁੰਦੇ ਨੇ ਇੱਕ ਕਲਾਸ ਦੇ। ਸਮਟਾਈਮਸ ਕੋਈ ਰੀਅਪੀਅਰਸ ਵਾਲਿਆਂ ਵਾਸਤੇ ਪੁਰਾਣੇ ਸਿਲੇਬਸ ਦੇ ਮੁਤਾਬਿਕ ਵੀ ਪੇਪਰ ਆਇਆ ਹੋਇਆ, ਪੇਪਰ ਦਾ ਨਾਮ ਸੇਮ ਹੋ ਸਕਦਾ ਹੈ। ਬਟ ਤੁਹਾਡੇ ਕੋਡ ਜਿਹੜੇ ਆ, ਤੁਹਾਡੇ ਡੇਟ ਸ਼ੀਟ ਦੇ ਵਿੱਚ ਹਰੇਕ ਪੇਪਰ ਦੇ ਮੂਹਰੇ ਇੱਕ ਕੋਡ ਦਿੱਤਾ ਹੁੰਦਾ ਉਹਨਾਂ ਨੇ ਬ੍ਰੈਕਟ ਦੇ ਵਿੱਚ ਪਾ ਕੇ। ਉਸ ਕੋਡ ਦੇ ਮੁਤਾਬਿਕ ਤੁਸੀਂ ਆਪਣਾ ਪੇਪਰ ਡਾਊਨਲੋਡ ਕਰਨਾ ਜੇ ਤੁਸੀਂ ਖੁਦ ਕਰ ਰਹੇ ਹੋ। ਠੀਕ ਹੈ ਜੀ, ਇਸੇ ਕਰਕੇ ਕਾਲਜ ਵੱਲੋਂ ਵੀ ਤੁਹਾਨੂੰ ਪੇਪਰ ਜਿਹੜੇ ਹੈਗੇ ਆ ਉਹ ਤੁਹਾਡੇ ਗਰੁੱਪਸ ਵਿੱਚ ਸ਼ੇਅਰ ਕੀਤੇ ਜਾ ਰਹੇ ਆ, ਸੋ ਦੈਟ ਕਿਸੇ ਵੀ ਤਰ੍ਹਾਂ ਦਾ ਕੋਈ ਗਲਤੀ ਨਾ ਹੋ ਜਾਵੇ, ਸਟੂਡੈਂਟ ਕੋਈ ਗਲਤ ਪੇਪਰ ਡਾਊਨਲੋਡ ਕਰਕੇ ਤੇ ਉਹਨੂੰ ਤੁਸੀਂ ਅਟੈਂਪਟ ਕਰ ਦਿਓ, ਪੇਪਰ ਕੋਈ ਹੋਰ ਆਇਆ ਹੋਏ। ਠੀਕ ਹੈ, ਸੋ ਆਪਣਾ ਕੋਡ ਜਿਹੜਾ ਹੈਗਾ ਉਹਨੂੰ ਧਿਆਨ ਨਾਲ ਦੇਖਦੇ ਹੋਏ ਤੁਸੀਂ ਪੇਪਰ ਡਾਊਨਲੋਡ ਕਰਨਾ ਹੈ। ਠੀਕ ਹੈ ਜੀ, ਇਸੇ ਕਰਕੇ ਤੁਹਾਨੂੰ ਟੀਚਰਸ ਵੀ ਆਪ ਨਾਲ ਪੇਪਰ ਭੇਜ ਦੇਣਗੇ, ਤਾਂ ਕਿਸੇ ਵੀ ਤਰ੍ਹਾਂ ਦੀ ਗਲਤੀ ਜਿਹੜੀ ਹੈਗੀ ਉਹ ਨਾ, ਗੁੰਜਾਇਸ਼ ਨਾ ਹੋਏ ਉਸ ਚੀਜ਼ ਦੀ, ਰਾਈਟ। ਸੋ ਇੱਕ ਹੋਰ ਪੈਨਿਕ ਵੀ ਨਹੀਂ ਹੋਣਾ ਹੈ ਕਿ ਪੇਪਰ ਡਾਊਨਲੋਡ ਨਹੀਂ ਹੋ ਰਿਹਾ, ਕੋਈ ਪ੍ਰੋਬਲਮ ਆਉਂਦੀ ਹੈ, ਯੂ ਕੈਨ ਕੰਟੈਕਟ ਯੂਰ ਕੰਸਰਨ ਟੀਚਰ, ਉਹਨਾਂ ਨੂੰ ਤੁਸੀਂ ਗੱਲ ਕਰੋ। ਪੈਨਿਕ ਨਹੀਂ ਹੋਣ ਦੀ ਜ਼ਰੂਰਤ ਹੁੰਦੀ, ਹੋ ਜਾਂਦੀਆਂ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ, ਡੋਂਟ ਪੈਨਿਕ। ਮਤਲਬ ਪੇਪਰ ਸ਼ੁਰੂ ਤੋਂ ਲੈ ਕੇ ਪੇਪਰ ਨੂੰ ਈਮੇਲ ਕਰਨ ਤੱਕ ਪੈਨਿਕ ਨਹੀਂ ਹੋ ਕੇ ਨਹੀਂ ਕੰਮ ਕਰਨਾ ਹੈ। ਕੋਈ ਵੀ ਸਮੱਸਿਆ ਆਉਂਦੀ ਹੈ, ਅਸੀਂ ਬੈਠੇ ਹੈਗੇ ਆ, ਤੁਸੀਂ ਸਾਡੇ ਨਾਲ ਗੱਲ ਕਰੋ। ਠੀਕ ਹੈ, ਸਮਟਾਈਮਸ ਤੁਸੀਂ ਗੱਲ ਨਹੀਂ ਕਰਦੇ ਹੈਗੇ ਆ, ਆਪਣੇ ਆਪ ਦੇ ਵਿੱਚ ਹੀ ਤੁਸੀਂ ਉਹ ਪਰੇਸ਼ਾਨ ਹੁੰਦੇ ਰਹਿੰਦੇ ਆ, ਗੱਲ ਉਨੀ ਹੁੰਦੀ ਵੀ ਨਹੀਂ ਹੈ, ਪ੍ਰੋਬਲਮ ਓਡੀ ਹੁੰਦੀ ਵੀ ਨਹੀਂ ਹੈ। ਇਦਾਂ ਦੇ ਕਈ ਕੇਸ ਆਉਂਦੇ ਹੈਗੇ ਆ, ਮੇਰੇ ਸਾਹਮਣੇ ਕਈ ਕੇਸ ਆਏ ਨੇ, ਉਹ ਈਮੇਲ ਕਰਨ, ਈਮੇਲ ਨਹੀਂ ਹੋ ਰਹੀ। ਵਾਟ ਵਾਸ ਦ ਪ੍ਰੋਬਲਮ? ਈਮੇਲ ਦੇ ਵਿੱਚ ਨਾ ਇੱਕ ਡਾਟ ਨਹੀਂ ਪਾਇਆ ਸੀਗਾ, ਇੱਕ ਡਾਟ ਦੀ ਗਲਤੀ ਕਰਕੇ, ਇੱਕ ਡਾਟ ਨਾ ਪਾਉਣ ਕਰਕੇ ਈਮੇਲ ਸੈਂਡ ਨਹੀਂ ਹੋ ਰਹੀ, ਐਂਡ ਅਸੀਂ ਪੈਨਿਕ ਹੋ ਰਹੇ ਹਾਂ। ਐਂਡ ਮੇਰੇ ਸਾਹਮਣੇ ਜਿਸ ਲਈ ਉਹ ਕਰ ਰਹੇ ਆ, ਹੱਥ ਕੰਬ ਰਹੇ। ਇੰਨੀ ਪਰੇਸ਼ਾਨੀ ਲੈਣ ਦੀ ਜ਼ਰੂਰਤ ਨਹੀਂ ਹੈ, ਬਹੁਤ ਸਟ੍ਰੀਮਲਾਈਨ ਪ੍ਰੋਸੈਸ ਹੈ। ਬਟ ਇਹਨੂੰ ਤੁਸੀਂ ਪੈਨਿਕ ਹੋ ਕੇ ਕਰੋਗੇ ਤਾਂ ਸੌਖਾ ਕੰਮ ਵੀ ਔਖਾ ਹੋ ਜਾਏਗਾ। ਠੀਕ ਹੈ, ਸੋ ਪੈਨਿਕ ਨਹੀਂ ਹੋਣਾ ਹੈ ਕਿਸੇ ਨੇ ਵੀ। ਕੋਈ ਵੀ ਪ੍ਰੋਬਲਮ ਆਉਂਦੀ ਹੈ, ਅਸੀਂ ਬੈਠੇ ਹਾਂ, ਤੁਸੀਂ ਸਾਨੂੰ ਇਮੀਡੀਏਟਲੀ ਕੰਟੈਕਟ ਕਰੋ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਜਿਹੜੇ ਤੁਸੀਂ ਪੇਪਰ ਅਟੈਂਪਟ ਕਰਨੇ ਆ, ਸਾਈਜ਼ A4 ਸ਼ੀਟਸ ਨੇ। ਨੰਬਰ ਆਫ ਸ਼ੀਟਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀਆਂ ਆ, ਇੰਸਟਰਕਸ਼ਨਸ ਜਿਹੜੀਆਂ ਤੁਹਾਨੂੰ ਸ਼ੇਅਰ ਕੀਤੀਆਂ ਆ। ਅੰਡਰ ਗ੍ਰੈਜੂਏਟ ਦੀਆਂ 20 ਸ਼ੀਟਸ ਨੇ, ਪੋਸਟ ਗ੍ਰੈਜੂਏਟ 24 ਸ਼ੀਟਸ ਨੇ। ਇਹਨਾਂ ਦੀਆਂ ਰਿਪਰੈਜ਼ੈਂਟੇਟਿਵ ਕਾਪੀ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਗਈਆਂ ਆ, ਤੁਸੀਂ ਇਹਨਾਂ ਨੂੰ ਗੋ ਥਰੂ ਹੋਣਾ। ਐਂਡ ਵਨ ਮੋਰ ਥਿੰਗ, ਤੁਸੀਂ ਆਨਸਰ ਸ਼ੀਟ ਦਾ ਜਿਹੜਾ ਆ ਉਹ ਪੇਪਰ ਦੇ ਉੱਤੇ ਤੁਸੀਂ ਜਿਸ ਲਈ ਲਿਖਣਾ ਆ, ਉਹ ਇੱਕ ਸਾਈਡ ਹੀ ਯੂਜ਼ ਕਰਨੀ ਹੈ। ਪੇਪਰ ਦੀ ਇੱਕ ਸਾਈਡ ਹੀ ਯੂਜ਼ ਕਰਨੀ ਹੈ। ਇਹ ਨਹੀਂ ਹੈ ਕਿ ਇੱਕ ਸਾਈਡ ਤੇ ਲਿਖਿਆ ਉਹਦੀ ਬੈਕ ਸਾਈਡ ਤੇ ਫੇਰ ਲਿਖਾਂਗੇ। ਉਹਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਜਿਸ ਲਈ ਆਪਾਂ ਸੇਮ ਪੇਪਰ ਦੇ ਉਹਦੇ ਬੈਕ ਸਾਈਡ ਦੇ ਉੱਤੇ ਲਿਖਣਾ ਸ਼ੁਰੂ ਕਰ ਦਿੰਦੇ ਹਾਂ, ਦੈਨ ਉਹਦੇ ਦੂਸਰੇ ਸਾਈਡ ਦੇ ਉੱਤੇ ਜੋ ਲਿਖਿਆ ਹੋਇਆ ਆ ਉਹ
ਫਰਸਟ ਵਾਲੇ ਸਾਈਡ ਦੇ ਉੱਤੇ ਜਿਹੜਾ ਆ ਤੁਹਾਡੇ ਇੰਬੋਸ ਹੋ ਜਾਂਦਾ, ਉਹ ਤੇ ਦਿਖਣ ਲੱਗ ਪੈਂਦਾ ਆ ਉਹ ਹਲਕਾ ਹਲਕਾ, ਤੇ ਉਹਦੇ ਕਰਕੇ ਤੁਹਾਡੀ ਸਕੈਨਿੰਗ ਵੀ ਪ੍ਰੋਪਰ ਨਹੀਂ ਹੁੰਦੀ। ਐਂਡ ਅੱਜ ਕੱਲ੍ਹ ਤਾਂ ਹੁਣ ਤੁਹਾਡੇ ਫੋਨ ਦੇ ਕੈਮਰਾਜ਼ ਵੀ ਬਹੁਤ ਵਧੀਆ ਆ ਗਏ ਨੇ, ਤੇ ਉਹ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਵੀ ਉਹਦੇ ਵਿੱਚ, ਉਹ ਈਵਨ ਦੂਸਰੀ ਸਾਈਡ ਤੋਂ ਅਗਰ ਤੁਹਾਡੀ ਹਲਕੀ ਜਿਹੀ ਲਾਈਨ ਤੁਸੀਂ ਹਲਕਾ ਜਿਹਾ ਜ਼ਿਆਦਾ ਜ਼ੋਰ ਲਗਾ ਕੇ ਲਿਖਤਾ, ਤਾਂ ਉਹਦੀ ਲਾਈਨ ਦੂਸਰੀ ਸਾਈਡ ਦੇ ਉੱਤੇ ਦਿਖਣ ਲੱਗ ਪਈ ਹੈ, ਤੇ ਉਹਨੇ ਉਸ ਚੀਜ਼ ਨੂੰ ਵੀ ਸਕੈਨ ਕਰ ਲੈਣਾ ਹੈ, ਤੇ ਤੁਹਾਡੀ ਉਹ ਸਕੈਨਿੰਗ ਸਹੀ ਨਹੀਂ ਹੋਣੀ। ਸਕੈਨਿੰਗ ਸਹੀ ਨਹੀਂ ਹੋਏਗੀ, ਜ਼ਿਆਦਾ ਸਾਫ਼ ਸਕੈਨ ਕਰਤਾ ਉਹਨੇ, ਮਤਲਬ ਤੁਹਾਡੀ ਉਹ ਹਰੇਕ ਲਾਈਨ ਵੀ ਦਿਖਣ ਲੱਗ ਪਈ ਹੈ, ਦੂਸਰੀ ਸਾਈਡ ਤੇ ਜੋ ਲਿਖਿਆ ਉਹ ਵੀ ਇੱਧਰ ਦਿਖ ਰਿਹਾ ਆ, ਤੇ ਉਹਦੇ ਨਾਲ ਤੁਹਾਡੀ ਪ੍ਰਿੰਟਿੰਗ ਵੀ ਜਿਹੜੇ ਅਗਰ ਆਪਾਂ ਨੂੰ ਪ੍ਰਿੰਟ ਆਊਟ ਕੱਢਦੇ ਹਾਂ ਤਾਂ ਉਹਦੇ ਵੀ ਦਿੱਕਤ ਆਏਗੀ। ਸੋ ਇਸ ਚੀਜ਼ ਦਾ ਧਿਆਨ ਰੱਖਿਓ ਕਿ ਪੇਪਰ ਦੀ ਇੱਕ ਸਾਈਡ ਹੀ ਤੁਸੀਂ ਯੂਜ਼ ਕਰਨੀ ਆ। ਨੈਕਸਟ ਹੈ ਆਪਣੇ ਕੋਲ ਮੇਨ ਜਿਹੜਾ ਤੁਹਾਡੇ ਕੋਲ ਇਹਦੇ ਵਿੱਚ ਪਾਰਟ ਹੈਗਾ, ਬਾਕੀ ਸਾਰੀਆਂ ਚੀਜ਼ਾਂ ਤਾਂ ਆਪਾਂ ਕਰ ਲਈਆਂ, ਪੇਪਰ ਵੀ ਕਰ ਲਈਦਾ ਆ, ਠੀਕ ਹੈ। ਜਿਹੜੀ ਆਹ ਚੀਜ਼ਾਂ ਆ ਕੇ ਜਿੱਥੇ ਆ ਕੇ ਆਪਣੇ ਕੋਲ ਪ੍ਰੋਬਲਮ ਕ੍ਰੀਏਟ ਹੁੰਦੀ ਹੈਗੀ ਆ ਵੀ ਸਕੈਨ ਕਿੱਦਾਂ ਕਰਨਾ ਹੈਗਾ ਆ। ਤੁਹਾਡੇ ਕੋਲ ਬਹੁਤ ਸੌਫਟਵੇਅਰਸ ਹੈਗੇ ਨੇ ਅੱਜ ਕੱਲ੍ਹ ਜਿਹੜੇ ਤੁਸੀਂ ਯੂਜ਼ ਕਰ ਸਕਦੇ ਆ, ਬਟ ਜੋ ਸੂਟੇਬਲ ਸਾਨੂੰ ਲੱਗਦਾ ਆ ਕਿ ਵੀ ਠੀਕ ਤਰ੍ਹਾਂ ਦੇ ਨਾਲ ਕੋਈ ਕੰਮ ਕਰ ਰਿਹਾ ਹੈ, ਤਾਂ ਉਹ ਇਹ ਵਾਲਾ ਸੌਫਟਵੇਅਰ ਸਾਨੂੰ ਜ਼ਿਆਦਾ ਬੈਟਰ ਲੱਗ ਰਿਹਾ, ਸਿੰਸ ਇਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ, ਫਸਟ ਆਫ ਆਲ ਤਾਂ ਇੱਕ ਤਾਂ ਕੋਈ ਐਡਵਰਟਾਈਜ਼ਮੈਂਟ ਵਾਲਾ ਚੱਕਰ ਨਹੀਂ ਹੈ। ਸੈਕੰਡਲੀ ਬਹੁਤ ਹੀ ਸਮੂਥ ਸਿਸਟਮ ਹੈਗਾ ਇਹਦਾ, ਸਿੰਪਲ ਹੈਗਾ, ਤੁਹਾਨੂੰ ਕੋਈ ਜ਼ਿਆਦਾ ਇਹਦੇ ਵਿੱਚ ਐਫਰਟਸ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਹਦਾ ਇੱਕ ਡੈਮੋ ਵੀ ਤੁਹਾਨੂੰ ਮਿਲੇਗਾ, ਅਡੋਬ ਸਕੈਨ ਤੁਸੀਂ ਡਾਊਨਲੋਡ ਕਰ ਸਕਦੇ ਆ, ਇਹਨੂੰ ਰੈਡੀ ਰੱਖੋ। ਇਹ ਕਲਾਊਡ ਬੇਸਡ ਆ, ਕਲਾਊਡ ਬੇਸਡ ਮਤਲਬ ਕਿ ਹਰੇਕ ਜਿਹੜੀ ਇਹਦੇ ਵਿੱਚ ਤੁਹਾਡੀ ਸਕੈਨਿੰਗ ਹੈਗੀ ਆ, ਉਹ ਤੁਹਾਡੀ ਸੌਫਟਵੇਅਰ ਨੂੰ ਜਿਸ ਵੇਲੇ ਤੁਸੀਂ ਇੰਸਟਾਲ ਕਰਦੇ ਆ ਤਾਂ ਤੁਹਾਡੇ ਈਮੇਲ ਅਕਾਊਂਟ ਨੂੰ ਇਹ ਰਜਿਸਟਰ ਹੋ ਜਾਂਦਾ ਆ। ਤੁਹਾਡੇ ਕੋਲ ਸਪੇਸ ਪ੍ਰੋਵਾਈਡ ਕਰਦਾ ਹੈ, ਆਈ ਥਿੰਕ 2 GB ਤੱਕ ਦੀ ਸਪੇਸ ਹੋਏਗੀ। ਸੋ ਤੁਹਾਡੀ ਜੋ ਵੀ ਸਕੈਨਿੰਗ ਤੁਸੀਂ ਕਰੋਗੇ ਉਹ ਤੁਹਾਡੇ ਉਸ ਕਲਾਊਡ ਦੇ ਉੱਤੇ ਹੀ ਸਟੋਰ ਕਰਦਾ ਆ, ਤੁਸੀਂ ਆਪਣੇ ਫੋਨ ਦੇ ਵਿੱਚ ਉਹਨੂੰ ਦੁਬਾਰਾ ਸੇਵ ਕਰ ਸਕਦੇ ਆ। ਨੈਕਸਟ ਆਪਣੇ ਕੋਲ ਹੈ ਕਿ ਤੁਸੀਂ ਇਹਨੂੰ ਸਬਮਿਟ ਕਿੱਥੇ ਕਰਨਾ ਆ। ਈਮੇਲ ਦੇ ਥਰੂ ਤੁਸੀਂ ਸਬਮਿਟ ਕਰਨੀ ਹੈ ਆਪਣੀ ਆਂਸਰ ਸ਼ੀਟ, ਸਕੈਨ ਕਰਕੇ ਇੱਥੇ ਤੁਹਾਨੂੰ PDF ਦਾ ਨਾਮ ਕੀ ਰੱਖਣਾ ਹੈ ਤੁਸੀਂ ਉਹ ਮੈਂਸ਼ਨ ਕੀਤਾ ਹੈ। ਇਸੇ ਤਰ੍ਹਾਂ ਤੁਸੀਂ ਈਮੇਲ ਦਾ ਨਾਮ ਕਿੱਦਾਂ ਈਮੇਲ ਦਾ ਜਿਹੜਾ ਸਬਜੈਕਟ ਲਾਈਨ ਹੈਗੀ ਆ, ਬੋਥ ਆਰ ਸੇਮ, ਤੁਸੀਂ ਉਹਨਾਂ ਨੂੰ ਸੇਮ ਤਰ੍ਹਾਂ ਦੇ ਨਾਲ ਨਾਮ ਜਿਹੜੇ ਹੈਗੇ ਦੋਨਾਂ ਦੇ ਰੱਖ ਸਕਦੇ ਆ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ ਤੁਹਾਨੂੰ, ਰਾਈਟ। ਟਾਈਮ ਪੀਰੀਅਡ ਜਿਹੜਾ ਹੁਣ ਅਲਾਉਡ ਆ ਉਹ 60 ਮਿੰਟਸ ਦਾ ਆ, ਜਿਹਦੇ ਦੌਰਾਨ ਤੁਸੀਂ ਈਮੇਲ ਸਾਨੂੰ ਕਰਨੀ ਹੁੰਦੀ ਹੈ, ਠੀਕ ਹੈ। ਫॉर ਐਗਜ਼ਾਮਪਲ ਅਗਰ ਮਾਰਨਿੰਗ ਸੈਸ਼ਨ ਦੇ ਵਿੱਚ ਪੇਪਰ ਹੈ 9:30 to 12:30 ਦਾ ਤੁਹਾਡਾ ਟਾਈਮ ਹੈ, ਪੇਪਰ ਤੁਸੀਂ ਅਟੈਂਪਟ ਕਰਨਾ ਹੈ ਉਹਨੂੰ, ਐਂਡ ਇਸੇ ਟਾਈਮ ਪੀਰੀਅਡ ਤੋਂ ਬਾਅਦ ਤੁਹਾਡੇ ਕੋਲ 60 ਮਿੰਟਸ ਐਕਸਟਰਾ ਹੁੰਦੇ ਨੇ ਜਿਹਦੇ ਅੰਦਰ ਤੁਸੀਂ ਈਮੇਲ ਸਾਨੂੰ ਸੈਂਡ ਕਰਨੀ ਹੁੰਦੀ ਹੈ, ਰਾਈਟ। ਹੁਣ ਤੁਸੀਂ ਕਈ ਇਹ ਸੋਚਦੇ ਹੋ ਹਾਂ ਚਲੋ ਠੀਕ ਹੈ ਜੀ 60 ਮਿੰਟਸ ਹੋਰ ਮਿਲ ਗਏ, ਮਤਲਬ ਕਿ 4 ਘੰਟੇ ਹੋ ਗਏ, ਹੈ ਨਾ। 9:09 ਤੱਕ ਪੇਪਰ ਆ ਕੇ 15 ਮਿੰਟ ਉਹ ਵੀ ਲੈ ਲਓ। ਪੇਪਰ ਕਰਨ ਲਈ ਤਾਂ ਟਾਈਮ ਜਿੰਨਾ ਮਿਲ ਜਾਏ ਤੁਹਾਨੂੰ ਉਨਾ ਥੋੜਾ ਹੋਏਗਾ, ਬਟ ਕੀਪ ਇਟ ਇਨ ਮਾਈਂਡ ਕਿ ਤੁਹਾਡਾ ਈਮੇਲ ਸਾਨੂੰ ਟਾਈਮਲੀ ਆਉਣਾ ਬਹੁਤ ਜ਼ਰੂਰੀ ਹੈਗਾ ਆ। ਉਹਦੇ ਕਈ ਕਾਰਨ ਹੈਗੇ ਆ। ਪਹਿਲੀ ਗੱਲ ਤਾਂ ਤੁਹਾਡਾ ਪੇਪਰ ਜਿੱਦਾਂ ਅਸੀਂ ਹੁਣ ਅਗਰ ਫਿਜ਼ੀਕਲੀ ਤੁਸੀਂ ਆਓ, ਮਤਲਬ ਕਾਲਜ ਆ ਕੇ ਤੁਸੀਂ ਪੇਪਰ ਦਿਓ ਬੈਠ ਕੇ ਸੈਂਟਰ ਦੇ ਵਿੱਚ, ਤਾਂ ਉਹਦੇ ਵਿੱਚ 3 ਘੰਟੇ ਹੀ ਹੁੰਦੇ, ਤੇ 3 ਘੰਟੇ ਤੋਂ ਬਾਅਦ ਟੀਚਰ ਤੁਹਾਡਾ ਪੇਪਰ ਜਿਹੜਾ ਆ ਉਹ ਲੈ ਲੈਂਦਾ ਹੈ। ਇਸੇ ਤਰ੍ਹਾਂ ਇੱਥੇ ਵੀ ਹੈ, ਇੱਥੇ ਤੁਸੀਂ ਆਪਣੇ ਤੌਰ ਤੇ ਜਿਹੜਾ ਆ ਇਹਨੂੰ ਡਿਸਿਪਲਿਨ ਦੀ ਤਰ੍ਹਾਂ ਡਿਸਿਪਲਿਨ ਮੇਨਟੇਨ ਕਰਕੇ ਵਿਦਿਨ 60 ਮਿੰਟ ਜਿਹੜਾ ਪੇਪਰ ਤੁਸੀਂ ਸਬਮਿਟ ਕਰ ਦਿਓ, ਆਪਣੇ ਆਪ ਹੀ ਇਸ ਚੀਜ਼ ਦਾ ਅਸੀਂ ਧਿਆਨ ਰੱਖੀਏ। ਦੂਸਰਾ, ਤੁਹਾਡਾ ਜਿਸਲੇ ਈਮੇਲ ਕਰੋਗੇ ਇਹ ਟਾਈਮ ਤੁਹਾਡੀ ਈਮੇਲ ਜਿਹੜਾ ਟਾਈਮ ਮੈਂਸ਼ਨ ਕਰਦੀ ਆ ਇਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਇਹ ਟਾਈਮ ਤੁਹਾਡਾ ਪ੍ਰੂਫ ਹੈ ਕਿ ਵੀ ਤੁਸੀਂ ਸੇਮ ਡੇ ਵਿਦਿਨ ਟਾਈਮ ਜਿਹੜਾ ਮੈਂਸ਼ਨ ਕੀਤਾ ਗਿਆ ਆ ਉਹਦੇ ਵਿੱਚ ਪੇਪਰ ਸਬਮਿਟ ਕੀਤਾ ਸੀ। ਬਾਈ ਚਾਂਸ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਆ ਜਾਂ ਕੋਈ ਪਰੇਸ਼ਾਨੀ ਖੜੀ ਹੋ ਜਾਂਦੀ ਆ
ਜਿੱਥੇ ਯੂਨੀਵਰਸਿਟੀ ਫਿਰ ਕਵੇ ਕਿ ਵੀ ਹਾਂਜੀ ਲਿਆਓ ਜੀ ਤੁਸੀਂ ਆਪਣਾ ਪ੍ਰੂਫ ਦਿਖਾਓ ਕਿ ਹਾਂਜੀ ਪੇਪਰ ਕਿਸ ਵੇਲੇ ਸਬਮਿਟ ਕੀਤਾ ਸੀਗਾ, then this time will be recorded, ਠੀਕ ਹੈ। ਐਂਡ ਇਸ ਟਾਈਮ ਨੂੰ ਕੋਈ ਵੀ ਮੈਨੀਪੂਲੇਟ ਨਹੀਂ ਕਰ ਸਕਦਾ, ਇਹ ਟਾਈਮ ਤੁਹਾਡਾ। ਸੋ ਕੋਸ਼ਿਸ਼ ਕਰੋ, ਪੇਪਰ ਖਤਮ ਹੋ ਗਿਆ, 3 ਘੰਟੇ ਆਰ ਕੁਆਇਟ ਇਨਫ, ਤੁਸੀਂ ਉਹਨਾਂ ਨੂੰ ਫੁੱਲੀ ਯੂਟੀਲਾਈਜ਼ ਕਰੋ। ਬਟ ਪੇਪਰ ਸਬਮਿਸ਼ਨ ਜਿਹੜਾ ਆ ਤੁਹਾਡਾ ਉਹ ਟਾਈਮਲੀ ਹੋਣਾ ਬਹੁਤ ਜ਼ਰੂਰੀ ਆ। ਹਾਂ, ਕੋਈ ਦਿੱਕਤ ਆ ਜਾਂਦੀ ਹੈ, ਕੋਈ ਪਰੇਸ਼ਾਨੀ ਆ ਜਾਂਦੀ ਆ, ਅਸੀਂ ਉਹਨੂੰ ਦੇਖਾਂਗੇ, ਜ਼ਰੂਰ ਦੇਖਾਂਗੇ, ਬਟ ਹਰੇਕ ਕਿਸੇ ਦੀ ਪਰੇਸ਼ਾਨੀ ਨਹੀਂ ਹੁੰਦੀ ਹੈਗੀ ਉਹ, ਇਹ ਵੀ ਮੰਨ ਕੇ ਚੱਲੋ। ਆਪਣੇ ਆਪ ਨੂੰ ਪਹਿਲਾਂ ਹੀ ਰੈਡੀ ਰੱਖੋ ਕਿ ਯੈਸ ਪੇਪਰ ਅਟੈਂਪਟ ਕਰਨਾ ਆ। ਆਪਣਾ ਉਸ ਜਗ੍ਹਾ ਤੇ ਬੈਠ ਕੇ ਪੇਪਰ ਦਿਓ ਜਿੱਥੇ ਪ੍ਰੋਪਰ ਨੈਟਵਰਕ ਹੈ, ਜਿੱਥੇ ਤੁਸੀਂ ਪ੍ਰੋਪਰਲੀ ਉਹਨੂੰ ਸਕੈਨ ਕਰ ਸਕਦੇ ਆ, ਲਾਈਟ ਹੋਵੇ ਪ੍ਰੋਪਰ। ਐਂਡ ਜਿਸ ਲਈ ਤੁਸੀਂ ਈਮੇਲ ਕਰਨੀ ਹੈ ਤਾਂ ਪ੍ਰੋਪਰ ਨੈਟਵਰਕ ਉੱਥੇ ਤੁਹਾਨੂੰ ਅਵੇਲੇਬਲ ਮਿਲ ਜਾਏ ਕਿ ਵੀ ਹਾਂਜੀ ਈਮੇਲ ਅਟੈਚ ਹੋ ਗਈ ਐਂਡ ਇਹਨੂੰ ਅਸੀਂ ਟਾਈਮਲੀ ਸੈਂਡ ਕਰਤਾ, ਰਾਈਟ। ਸਕੈਨ ਕਰਨਾ, ਈਮੇਲ ਕਰਨਾ, it will take hardly 15 to 20 minutes, 15 ਤੋਂ 20 ਮਿੰਟ ਦੀ ਟਾਈਮ ਲੱਗੇਗਾ ਇਹਨੂੰ, ਇਸ ਤੋਂ ਜ਼ਿਆਦਾ ਟਾਈਮ ਨਹੀਂ ਲੱਗਣ ਵਾਲਾ, ਠੀਕ ਹੈ ਜੀ। ਸੋ ਇਹ ਟਾਈਮ ਪੀਰੀਅਡ ਤੁਸੀਂ ਬਿਲਕੁਲ ਆਪਣੇ ਧਿਆਨ 'ਚ ਰੱਖਣਾ ਆ। ਅਗਰ ਈਵਨਿੰਗ ਟਾਈਮ ਤੁਹਾਡਾ ਪੇਪਰ ਹੈ ਦੈਨ ਉਹਦੇ ਮੁਤਾਬਿਕ ਤੁਸੀਂ ਆਪਣਾ ਟਾਈਮ ਦੇਖੋ, ਵਿਦਿਨ 1 hour, ਮਤਲਬ 60 ਮਿੰਟਸ ਦੇ ਅੰਦਰ ਅੰਦਰ ਤੁਹਾਡੀ ਉਹ ਈਮੇਲ ਹੋ ਜਾਏ ਐਂਡ ਯੂ ਕੈਨ ਡੂ। ਐਕਸਟਰਾ ਇੱਕ ਤੁਹਾਨੂੰ ਇਹਦੇ ਨਾਲ ਹੀ ਹੁਣ ਇੱਕ ਮੈਂ ਵੀਡੀਓ ਇਹਦੇ ਪਲੇ ਕਰਦਾ। ਇਸ ਵੀਡੀਓ ਦੇ ਅੰਦਰ ਤੁਹਾਨੂੰ ਆ ਸਾਰੀਆਂ ਚੀਜ਼ਾਂ, ਮਤਲਬ ਕਿ ਤੁਹਾਡਾ ਸਕੈਨਿੰਗ ਤੋਂ ਲੈ ਕੇ ਈਮੇਲ ਤੱਕ ਦਾ ਪ੍ਰੋਸੈਸ ਜਿਹੜਾ ਹੈਗਾ ਆ ਉਹ ਆਪਾਂ ਦੇਖਾਂਗੇ। ਨਾਲ ਦੀ ਨਾਲ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਵੀ ਰਹਾਂਗਾ, ਤੁਸੀਂ ਇਹਨੂੰ ਵੀਡੀਓ ਨੂੰ ਦੇਖੋ, ਇਹਦੇ ਵਿੱਚ ਤੁਹਾਨੂੰ ਕਾਫੀ ਗਾਈਡੈਂਸ ਮਿਲ ਜਾਏਗੀ ਕਿਸ ਤਰ੍ਹਾਂ ਹੋਏਗਾ, ਰਾਈਟ। ਆਵਾਜ਼ ਆ ਰਹੀ ਸਾਰਿਆਂ ਨੂੰ ਨਾ? ਹੈਲੋ। Yes, sir. Yes, sir. Yes, sir. ਸੋ ਦਿਸ ਇਜ਼ ਦ ਸੌਫਟਵੇਅਰ ਅਡੋਬ ਸਕੈਨ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ। ਦੇਖੋ ਯੂ ਕੈਨ ਵਾਚ ਹੇਅਰ, ਦੇਖੋ ਆ ਦੇਖੋ ਬਲੂ ਡਾਟਸ ਨੇ ਹਰ ਇੱਕ ਸਾਈਡ ਦੇ ਉੱਤੇ, ਠੀਕ ਹੈ। ਇਹ ਬਲੂ ਡਾਟਸ ਜਿਹੜੇ ਨੇ ਇਹ ਮਤਲਬ ਪੇਪਰ ਨੂੰ ਡਿਟੈਕਟ ਕਰਦੇ ਨੇ, ਆਟੋਮੈਟਿਕਲੀ ਪੇਪਰ ਡਿਟੈਕਟ ਕਰਦੇ ਨੇ ਤੇ ਆਟੋਮੈਟਿਕਲੀ ਹੀ ਉਹਨੂੰ ਉਹ ਸਕੈਨ ਕਰ ਲੈਂਦਾ ਹੈ, ਕੈਪਚਰ ਕਰ ਲੈਂਦਾ ਆ। ਈਵਨ ਤੁਹਾਨੂੰ ਜਿਹੜਾ ਸ਼ਟਰ ਬਟਨ ਹੈ ਇਹਨੂੰ ਪ੍ਰੈਸ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ, ਰਾਈਟ। ਸੋ ਬਾਰਡਰ ਦਿਖਾ ਦੇਗਾ ਤੁਹਾਨੂੰ ਕੀ ਸਕੈਨ ਕੀਤਾ ਆ, ਠੀਕ ਹੈ। ਤੁਸੀਂ ਆਪਣਾ ਜਿਹੜਾ ਸਕੈਨਿੰਗ ਦੇ ਟਾਈਮ ਦੇ ਉੱਪਰ ਪਹਿਲੀ ਗੱਲ ਤਾਂ ਇਹ ਧਿਆਨ 'ਚ ਰੱਖੋ ਕਿ ਤੁਹਾਡੇ ਕੋਲ ਜਿੱਥੇ ਵੀ ਤੁਸੀਂ ਸਕੈਨ ਕਰ ਰਹੇ ਹੋ ਉਹ ਏਰੀਆ ਪ੍ਰੋਪਰ ਉੱਥੇ ਲਾਈਟ ਹੋਏ ਉਸ ਏਰੀਆ ਦੇ ਵਿੱਚ, ਠੀਕ ਹੈ। ਲਾਈਟਿੰਗਸ ਠੀਕ ਹੋਏ, ਤੁਹਾਡੇ ਪੇਪਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਰਿਫਲੈਕਸ਼ਨ ਨਾ ਪੈਂਦਾ ਹੋਏ, ਪ੍ਰੋਪਰ ਲਾਈਟ ਆਏ, ਕਿਉਂਕਿ ਜਿਸਲੇ ਆਪਾਂ ਸਕੈਨ ਕਰਾਂਗੇ ਤਾਂ ਉਹ ਰਿਫਲੈਕਸ਼ਨ ਵਗੈਰਾ ਜਿਹੜਾ ਵੀ ਹੈ, ਕੋਈ ਸ਼ੈਡੋ ਪੈ ਰਹੀ ਹੈ, ਉਹ ਤੁਹਾਡੇ ਸਕੈਨ ਦਾ ਪਾਰਟ ਬਣ ਜਾਏਗਾ, ਠੀਕ ਹੈ। ਸੋ ਸੌਫਟਵੇਅਰ ਬਹੁਤ ਅੱਛਾ ਆ, ਬਹੁਤ ਕਲੈਰਿਟੀ ਦੇ ਨਾਲ ਉਹ ਕਰਦਾ ਆ, ਬਟ ਅਗਰ ਅਸੀਂ ਉਹਨੂੰ ਪ੍ਰੋਪਰ ਜਿਹੜਾ ਆ ਜਿਹੜੀ ਰਿਕੁਆਇਰਡ ਸੋਰਸ ਹੈਗੇ ਆਪਾਂ ਉਹ ਵੀ ਨਹੀਂ ਦੇਵਾਂਗੇ ਤਾਂ ਫਿਰ ਆਪਣੇ ਕੋਲ ਕਲੈਰਿਟੀ ਵਾਲੀ ਚੀਜ਼ ਤਾਂ ਨਹੀਂ ਆਏਗੀ। ਤੁਸੀਂ ਕੋਈ ਵੀ ਸੌਫਟਵੇਅਰ ਵਰਤ ਲਓ, ਬਟ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਵੀ ਤੁਹਾਡਾ ਪ੍ਰੋਪਰਲੀ ਵੈਲ ਲਿਟ ਰੂਮ ਹੋਏ, ਜੇ ਰੂਮ ਦੇ ਵਿੱਚ ਹੈਗੇ, ਨਹੀਂ ਤਾਂ ਤੁਸੀਂ ਬਾਹਰ ਡੇ ਲਾਈਟ ਦੇ ਵਿੱਚ ਜਾ ਕੇ ਉੱਥੇ ਸਕੈਨ ਕਰ ਲਓ, ਬਹੁਤ ਵਧੀਆ ਸਕੈਨ ਕਰੇਗਾ ਤੁਹਾਡਾ ਜਿਹੜਾ। ਐਂਡ ਸਕੈਨ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਵੀ ਹਾਂਜੀ ਠੀਕ ਹੈ ਜੋ ਫੋਨ ਨੇ ਕਰਤਾ ਓਕੇ, ਠੀਕ ਹੈ। ਸਕੈਨ ਹੋ ਗਿਆ, ਦੈਨ ਉਸ ਤੋਂ ਬਾਅਦ ਇਹਨੂੰ ਤੁਸੀਂ ਚੈੱਕ ਕਰੋ ਕਿ ਤੁਹਾਡੀ ਫਾਈਲ ਜਿਹੜੀ ਹੈਗੀ ਉਹ ਪ੍ਰੋਪਰ ਸਕੈਨ ਹੋਈ। ਆ ਦੇਖੋ ਫਾਈਲ ਜਿਹੜੀ ਪਿਕਚਰ ਇਹਦੇ ਵਿੱਚ ਸਕੈਨ ਕੀਤੀ ਗਈ ਆ, ਜਿਹੜਾ ਪੇਜ ਸਕੈਨ ਕੀਤਾ ਹੋਇਆ ਆ ਪ੍ਰੋਪਰ ਇੱਕਦਮ ਵਾਈਟ ਪੇਜ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਏਗਾ ਕਿ ਵੀ ਹਾਂਜੀ ਇਹ ਵਾਈਟ ਹੈ ਪੂਰਾ। ਇਹ ਇਸੇ ਕਰਕੇ ਆ ਕਿਉਂਕਿ ਆਪਣੇ ਕੋਲ ਰੂਮ ਵਧੀਆ ਹੈ, ਠੀਕ ਹੈ। ਸੋ ਚੈੱਕ ਕਰੋ ਇਸ ਚੀਜ਼ ਨੂੰ ਕਿ ਵੀ ਤੁਹਾਡੀ ਸਕੈਨਿੰਗ ਹੋ ਗਈ, ਪੇਪਰ ਕਿਤੇ ਗਲਤ ਸਕੈਨ ਤਾਂ ਨਹੀਂ ਹੋ ਗਿਆ, ਕੋਈ ਪੋਰਸ਼ਨ ਕੱਟ ਤਾਂ ਨਹੀਂ ਹੋ ਗਿਆ ਵਿੱਚੋਂ, ਇਸ ਚੀਜ਼ ਨੂੰ ਧਿਆਨ 'ਚ ਰੱਖੋ। ਉਹਦੇ ਸਾਈਡ ਦੇ ਉੱਤੇ ਬਲੂ ਮਾਰਜਨ ਦਿਖਾਉਂਦਾ ਹੈ ਜਿਹੜਾ,
ਉਹਦੇ ਜਾਂ ਜਿਹੜਾ ਵੀ ਕਲਰ ਦਾ ਤੁਹਾਡੇ ਕੋਲ ਮਾਰਜਨ ਦਿਖਾਏਗਾ ਉਹਨੂੰ ਚੈੱਕ ਕਰੋ, ਪੇਪਰ ਨੂੰ ਐਡਜਸਟ ਕਰੋ ਕਿ ਕਿੱਥੇ ਕੀ ਇਹਦੇ ਵਿੱਚ ਆਪਾਂ ਨੂੰ ਕਰਨ ਦੀ ਜ਼ਰੂਰਤ ਹੈਗੀ ਹੈ, ਰਾਈਟ। ਰੀਨੇਮ ਕਰੋ ਆਪਣੀ ਫਾਈਲ ਨੂੰ ਜਿੱਦਾਂ ਤੁਹਾਨੂੰ ਕਿਹਾ ਗਿਆ ਆ, ਰੀਨੇਮ ਕਰਕੇ ਦੈਨ ਉਸ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਆ ਆਪਣਾ ਸੇਵ ਕਰੋ। ਸੇਵ ਇਹਦੇ ਵਿੱਚ ਦੇਖੋ ਤੁਹਾਡੇ ਕੋਲ ਤੁਹਾਡੇ ਕੋਲ ਨੀਚੇ ਹੈ ਨਾ ਕੁਝ ਇਨਸਟਰਕਸ਼ਨਸ ਜਿਹੜੀਆਂ ਹੈਗੀਆਂ ਆ ਉਹ ਮਿਲ ਜਾਣਗੀਆਂ। ਜਿਹੜੀ ਤੁਹਾਡੀ ਫਾਈਲ ਹੈਗੀ ਹੈ ਦੇਖੋ ਨੀਚੇ ਤੁਹਾਡੇ ਕੋਲ ਨਾ ਕੁਝ ਆਪਸ਼ਨਸ ਜਿਹੜੀਆਂ ਆ ਐਡ ਪੇਜ, ਰੀਆਰਡਰ, ਕ੍ਰੌਪ, ਇਦਾਂ ਦੀਆਂ ਡਿਫਰੈਂਟ ਆਪਸ਼ਨਸ ਅਵੇਲੇਬਲ ਹੋਣਗੀਆਂ ਤੁਹਾਡੇ ਮੋਬਾਈਲ ਫੋਨ ਦੇ ਮੁਤਾਬਿਕ ਉਹ ਤੁਹਾਨੂੰ ਅਵੇਲੇਬਲ ਕਰਵਾਏਗਾ। ਸੋ ਇੱਥੋਂ ਤੁਸੀਂ ਹਰੇਕ ਚੀਜ਼ ਨੂੰ ਜਿਹੜਾ ਆ ਉਹ ਐਡਜਸਟ ਕਰ ਸਕਦੇ ਆ। ਈਵਨ ਆਪਣੇ ਸ਼ੀਟ ਦਾ ਤੁਸੀਂ ਕਲਰ ਜੇ ਤੁਹਾਨੂੰ ਲੱਗਦਾ ਆਟੋਮੈਟਿਕਲੀ ਪੇਪਰ ਜਿਸ ਲਈ ਸਕੈਨ ਕਰੇਗਾ ਬਹੁਤ ਜ਼ਿਆਦਾ ਬ੍ਰਾਈਟ ਕਰਕੇ ਤੁਹਾਨੂੰ ਦੇਗਾ। ਚੈੱਕ ਕਰੋ ਕਿ ਤੁਹਾਡਾ ਉਹ ਪ੍ਰੋਪਰ ਪ੍ਰਿੰਟ ਆਊਟ ਨਿਕਲ ਜਾਏਗਾ। ਸਾਨੂੰ ਬਹੁਤ ਜ਼ਿਆਦਾ ਚਿੱਟੇ ਪੇਜ ਦੀ ਵੀ ਜ਼ਰੂਰਤ ਨਹੀਂ ਹੁੰਦੀ, ਪ੍ਰੋਪਰਲੀ ਸਕੈਨ ਹੋ ਜਾਏ, ਸਾਫ ਸੁਥਰਾ ਸਕੈਨ ਹੋ ਜਾਏ, ਅਸੀਂ ਅੱਗੇ ਪ੍ਰਿੰਟ ਵਧੀਆ ਕੱਢ ਸਕੀਏ। ਇੰਨਾ ਸੋਚ ਕੇ ਸਿਰਫ ਤੁਸੀਂ ਸਕੈਨ ਕਰਨਾ ਆ। ਉਹਦੇ ਮੁਤਾਬਿਕ ਤੁਸੀਂ ਆ ਨੀਚੇੋਂ ਅਗਰ ਤੁਹਾਨੂੰ ਕੋਈ ਕ੍ਰੌਪ ਕਰਨ ਦੀ ਜ਼ਰੂਰਤ ਲੱਗਦੀ ਹੈ ਦੈਨ ਕ੍ਰੌਪ ਆਪਸ਼ਨ ਲੈ ਕੇ ਆਪਣਾ ਸੈੱਟ ਕਰ ਲਓ ਕਿ ਵੀ ਆਹ ਪੇਜ ਜਿਹੜਾ ਸਾਡਾ ਹੁਣ ਸਹੀ ਤਰੀਕੇ ਦੇ ਨਾਲ ਸਕੈਨ ਹੋ ਗਿਆ ਹੈ। ਉਸ ਵਾਰ ਕਲਰ ਉਹਦਾ ਦੇਖ ਲਓ, ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਬ੍ਰਾਈਟ ਹੋ ਗਿਆ, ਬਹੁਤ ਜ਼ਿਆਦਾ ਬ੍ਰਾਈਟ ਹੋਣ ਦੇ ਨਾਲ ਵੀ ਕਈ ਵਾਰੀ ਤੁਹਾਡੇ ਜਿਹੜੇ ਕੁਝ ਕੋਈ ਲਾਈਨਸ ਹੈਗੀਆਂ, ਕੋਈ ਵਰਡਸ ਹੈਗੇ ਆ, ਉਹਨਾਂ ਦੇ ਵਿੱਚੋਂ ਉਹ ਮਿਸ ਕਰ ਦਿੰਦਾ ਹੈ, ਬਹੁਤ ਵਾਈਟ ਵਾਸ਼ ਦੀ ਤਰ੍ਹਾਂ ਉੱਪਰ ਹੋ ਜਾਂਦਾ, ਪ੍ਰੋਪਰਲੀ ਵਰਡ ਪੜ੍ਹੇ ਨਹੀਂ ਜਾਂਦੇ ਹੈਗੇ, ਠੀਕ ਹੈ। ਸੋ ਇਸ ਤਰ੍ਹਾਂ ਵੀ ਨਾ ਹੋਏ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਤੁਸੀਂ ਦੇਖਣਾ ਹੈ, ਚੈੱਕ ਕਰਨਾ ਹੈ। ਫਾਈਲ ਨੂੰ ਰੀਨੇਮ ਕਰੋ ਐਂਡ ਉਹਨੂੰ ਸੇਵ ਕਰ ਦਿਓ। ਸੇਵ ਕਰਕੇ ਨੈਕਸਟ ਪਾਰਟ ਆਪਣੇ ਕੋਲ ਆ ਜਾਂਦਾ ਹੈ ਕਿ ਵੀ ਹੁਣ ਇਹਨੂੰ ਆਪਾਂ ਸ਼ੇਅਰ ਕਰਨਾ ਹੈ, ਠੀਕ ਹੈ। ਤੁਸੀਂ ਜਿਸ ਲਈ ਸ਼ੇਅਰ ਕਰਦੇ ਹੋ, ਦੇਖੋ ਜਿਸ ਲਈ ਤੁਹਾਡੀ ਫਾਈਲ ਆਹ ਬਣ ਜਾਂਦੀ ਆ, ਫਾਈਲ ਦੇ ਨਾਲ ਹੀ ਆ ਇੱਕ ਸ਼ੇਅਰ ਦੀ ਆਪਸ਼ਨ ਹੈ, ਠੀਕ ਹੈ। ਜਦੋਂ ਅਸੀਂ ਇਸ ਸ਼ੇਅਰ ਦੀ ਆਪਸ਼ਨ ਨੂੰ ਕਲਿੱਕ ਕਰਦੇ ਹਾਂ, what to email ਕੀ ਕਰਨਾ ਆ, ਜਿਸ ਲਈ ਆਪਾਂ ਉਸ ਸ਼ੇਅਰ ਨੂੰ ਆਪਸ਼ਨ ਨੂੰ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਨੀਚੇ ਆ ਦੇਖੋ ਤੁਹਾਡੇ ਕੋਲ ਆ ਇੱਕ ਡਾਇਲੌਗ ਬਾਕਸ ਜਿਹੜਾ ਓਪਨ ਹੋ ਜਾਂਦਾ ਆ। ਤੁਹਾਡੇ ਫੋਨ ਦੇ ਮੁਤਾਬਿਕ ਉਹ ਕਿੱਦਾਂ ਓਪਨ ਹੁੰਦਾ ਹੈ, ਸੌਫਟਵੇਅਰ ਦੇ ਮੁਤਾਬਿਕ ਕਿੱਦਾਂ ਓਪਨ ਹੁੰਦਾ ਆ, ਇਸ ਚੀਜ਼ ਨੂੰ ਮੈਂ ਇਸ ਸੌਫਟਵੇਅਰ ਦੇ ਮੁਤਾਬਿਕ ਤੁਹਾਨੂੰ ਦੱਸ ਰਿਹਾ, ਉਹ ਤੁਹਾਡਾ ਉਹਨੂੰ ਚੈੱਕ ਕਰਿਓ। ਇੱਕ ਇਹਦੇ ਵਿੱਚ ਆਪਸ਼ਨ ਹੈ ਸ਼ੇਅਰ ਲਿੰਕ, ਈਮੇਲ ਐਂਡ ਸ਼ੇਅਰ ਅ ਕਾਪੀ, ਠੀਕ ਹੈ। ਤੁਹਾਨੂੰ ਸਿੰਪਲ ਮੈਥਡ ਮੈਂ ਦੱਸ ਦਿੰਦਾ, ਤੁਸੀਂ ਇਹਨੂੰ ਅਗਰ ਇੱਥੋਂ ਸ਼ੇਅਰ ਅ ਕਾਪੀ ਤੁਸੀਂ ਇੱਥੋਂ ਯੂਜ਼ ਕਰਨਾ, ਸਮਟਾਈਮਸ ਕੁਛ ਕੀ ਕਰਦੇ ਸ਼ੇਅਰ ਲਿੰਕ ਕਰ ਦਿੰਦੇ ਆ। ਸ਼ੇਅਰ ਲਿੰਕ ਜਿਸ ਲਈ ਕਰਦੇ ਆ ਤਾਂ ਉਹ ਈਮੇਲ ਜਿਸ ਲਈ ਸਾਨੂੰ ਆਉਂਦੀ, ਉਹ ਸਿਰਫ ਇੱਕ ਲਿੰਕ ਆਉਂਦਾ ਆ। ਉਹ ਲਿੰਕ ਕਿਹਨੂੰ ਹੁੰਦਾ ਆ, ਤੁਹਾਡੀ ਈਮੇਲ ਨੂੰ, ਤੁਹਾਡਾ ਜਿਹੜਾ ਉਸ ਜਿੱਥੇ ਤੁਸੀਂ ਫਾਈਲ ਸਟੋਰ ਕੀਤੀ ਆ ਉਸ ਚੀਜ਼ ਦਾ ਉਹ ਲਿੰਕ ਹੁੰਦਾ ਆ, ਰਾਈਟ। ਐਂਡ ਸਮਟਾਈਮਸ ਉਹ ਐਕਸੈਸਿਬਲ ਵੀ ਨਹੀਂ ਹੁੰਦਾ, ਫਿਰ ਉਹਦੇ ਲਈ ਤੁਹਾਨੂੰ ਰਿਕੁਐਸਟ ਭੇਜਣੀ ਉਹ ਈਮੇਲ ਦੇ ਥਰੂ ਇੱਕ ਆਉਂਦੀ ਹੈ ਕਿ ਵੀ ਹਾਂਜੀ ਐਕਸੈਸ ਪ੍ਰੋਵਾਈਡ ਕਰੋ, ਫਿਰ ਉਹ ਫਾਈਲ ਓਪਨ ਹੋਏਗੀ, ਠੀਕ ਹੈ। ਸੋ ਦੇਰ ਆਰ ਲੋਟ ਆਫ ਡਿਫਿਕਲਟੀਜ਼। ਉਹਨੂੰ ਅਵੋਇਡ ਕਰਨ ਦੇ ਲਈ ਤੁਸੀਂ ਸ਼ੇਅਰ ਅ ਕਾਪੀ ਦੀ ਆਪਸ਼ਨ ਯੂਜ਼ ਕਰੋ। ਸ਼ੇਅਰ ਅ ਕਾਪੀ ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਆਏਗੀ ਈਮੇਲ ਦੀ, ਉਸ ਤੋਂ ਬਾਅਦ ਤੁਸੀਂ ਉਹਨੂੰ ਈਮੇਲ ਕਰਨਾ ਹੈ, ਠੀਕ ਹੈ। ਸ਼ੇਅਰ ਅ ਕਾਪੀ ਆਪਸ਼ਨ ਜਿਹੜੀ ਹੈਗੀ ਆ ਤੁਸੀਂ ਯੂਜ਼ ਕਰਨੀ ਆ, ਰਾਦਰ ਦੈਨ ਕਿ ਤੁਸੀਂ ਜਿਹੜਾ ਆ ਲਿੰਕ ਦੀ ਆਪਸ਼ਨ ਨੂੰ ਜਿਹੜਾ ਕਰੋ। ਸੋ ਧਿਆਨ ਰੱਖਿਓ, ਕਾਹਲੀ ਨਾ ਕਰੋ, ਆਰਾਮ ਨਾਲ, ਬਹੁਤ ਟਾਈਮ ਹੁੰਦਾ ਹੈ ਤੁਹਾਡੇ ਕੋਲ, ਉਹਦੇ ਵਿੱਚ ਸ਼ੇਅਰ ਅ ਕਾਪੀ ਦੀ ਆਪਸ਼ਨ ਨੂੰ ਕਲਿੱਕ ਕਰੋ। ਹਾਊ ਟੂ ਈਮੇਲ, ਆਪਾਂ ਫੇਸਬੁੱਕ ਵਗੈਰਾ ਹੋਰ ਸਾਰੀਆਂ ਚੀਜ਼ਾਂ ਤਾਂ ਬੜੇ ਆਰਾਮ ਨਾਲ ਕਰ ਲਈਆਂ, ਬਟ ਈਮੇਲ ਕਰਨ ਵਾਲਾ ਕੰਮ ਬੜਾ ਔਖਾ ਹੋ ਜਾਂਦਾ ਹੈ, ਠੀਕ ਹੈ। ਸੋ ਜਿਹੜੀਆਂ ਤੁਹਾਨੂੰ ਈਮੇਲ ਆਈਡੀਜ਼ ਪ੍ਰੋਵਾਈਡ ਕੀਤੀਆਂ ਗਈਆਂ ਆ, ਉਹ ਈਮੇਲ ਜਿਸ ਲਈ ਤੁਸੀਂ ਈਮੇਲ ਤੇ ਕਲਿੱਕ ਕਰੋਗੇ ਨਾ, ਤੁਹਾਡੀ ਈਮੇਲ ਉਹਨੇ ਆਟੋਮੈਟਿਕਲੀ ਕੈਪਚਰ ਕਰ ਲੈਣੀ ਹੈ। ਉਹ ਈਮੇਲ ਤੁਹਾਡੀ ਆਟੋਮੈਟਿਕਲੀ ਫਿਲ ਹੋਏਗੀ। ਭੇਜਣੀ ਕਿੱਥੇ ਹੈਗੀ ਹੈ, ਟੂ ਵਾਲਾ ਜਿਹੜਾ ਇਹ ਹੋਏਗਾ ਕਾਲਮ,
ਉਹ ਖਾਲੀ ਹੁੰਦਾ, ਉੱਥੇ ਤੁਸੀਂ ਖੁਦ ਫਿਲ ਕਰਨੀ ਹੁੰਦੀ ਆ। ਸੋ ਬਹੁਤ ਧਿਆਨ ਦੇ ਨਾਲ ਆਪਣੀ ਈਮੇਲ ਆਈਡੀ ਜਿਹੜੀ ਆ ਤੁਸੀਂ ਫਿਲ ਕਰਨੀ ਆ, ਠੀਕ ਹੈ। ਇੱਕ ਵਾਰੀ ਤੁਸੀਂ ਸਹੀ ਫਿਲ ਕਰ ਲਈ ਨਾ ਤਾਂ ਬਾਰ-ਬਾਰ ਤੁਹਾਨੂੰ ਉਹ ਫਿਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਫੋਨ ਉਹ ਇੰਨੇ ਸਮਾਰਟ ਹੋ ਗਏ, ਉਹ ਆਟੋਮੈਟਿਕਲੀ ਡਿਟੈਕਟ ਕਰ ਲੈਂਦਾ ਅੱਛਾ ਆਹ ਵਾਲੀ ਈਮੇਲ ਆਈਡੀ ਹੋਏਗੀ। ਸੋ ਉਹਨੂੰ ਧਿਆਨ ਨਾਲ ਤੁਸੀਂ ਹਰ ਟਾਈਮ ਉਸੇ, ਕਿਉਂਕਿ ਸੇਮ ਕਲਾਸ ਹੋਏਗੀ ਤੁਹਾਡੀ, ਇੱਕੋ ਹੀ ਜਗ੍ਹਾ ਦੇ ਉੱਤੇ ਤੁਸੀਂ ਮੇਲ ਕਰਨੀ ਆ ਤੇ ਉਹ ਬਾਰ-ਬਾਰ ਤੁਸੀਂ ਉਹਨੂੰ ਕਰ ਸਕਦੇ ਹੋ, ਰਾਈਟ। ਇਹਦੇ ਵਿੱਚ ਈਮੇਲ, ਦਿਸ ਇਜ਼ ਅ ਸਬਜੈਕਟ ਲਾਈਨ ਹੇਅਰ, ਆ ਜਿਹੜਾ ਤੁਹਾਡੇ ਕੋਲ ਲਿਖਿਆ ਹੋਇਆ ਆ, ਇਹ ਸਬਜੈਕਟ ਲਾਈਨ ਜਿਸ ਲਈ ਆਪਾਂ ਉਹ ਸ਼ੇਅਰ ਦੇ ਉੱਤੇ, ਸ਼ੇਅਰ ਏ ਕਾਪੀ ਦੇ ਆਪਸ਼ਨ ਦੇ ਉੱਤੇ ਕਲਿੱਕ ਕਰਦੇ ਆ ਤਾਂ ਫਾਈਲ ਤਾਂ ਇਹਦੇ ਵਿੱਚ ਅਟੈਚ ਹੋ ਜਾਂਦੀ ਆ। ਇਹਦੇ ਨਾਲ ਨਾਲ ਉਹ ਈਮੇਲ ਦਾ ਸਬਜੈਕਟ ਲਾਈਨ ਵੀ ਉਹੀ ਲੈ ਲੈਂਦਾ ਆ ਜੋ ਫਾਈਲ ਦਾ ਨਾਮ ਆਲਰੇਡੀ ਹੈ, ਠੀਕ ਹੈ ਜੀ। ਸੋ ਇੱਥੋਂ ਵੀ ਆਪਾਂ ਕਾਫੀ ਹੈਲਪ ਆਪਾਂ ਨੂੰ ਮਿਲ ਜਾਂਦੀ ਆ, ਬਟ ਇਹਦੇ ਨਾਲ ਨਾਲ ਉਹ ਫਾਈਲ ਦੀ ਐਕਸਟੈਂਸ਼ਨ ਵੀ ਲੈ ਲੈਂਦਾ ਆ .pdf। ਸੋ ਕੋਸ਼ਿਸ਼ ਕਰ ਲਓ ਕਿ ਵੀ ਆਹ .pdf ਤੁਹਾਡੀ ਉਹਦੇ ਵਿੱਚੋਂ ਹਟ ਜਾਏ ਐਕਸਟੈਂਸ਼ਨ, ਤੇ ਫਾਈਲ ਨੇਮ ਇਦਾਂ ਹੀ ਐਜ਼ ਇਟ ਇਜ਼ ਹੀ ਜਿਹੜਾ ਤੁਹਾਡਾ ਹੈ, ਜਦੋਂ ਤੁਹਾਨੂੰ ਮੈਂਸ਼ਨ ਕੀਤਾ ਗਿਆ ਵੀ ਫਾਈਲ ਨੇਮ ਤੁਸੀਂ ਰੱਖਣਾ ਕਿੱਦਾਂ ਆ, ਉਹਨੂੰ ਤੁਸੀਂ ਸੈੱਟ ਕਰਕੇ ਸੇਵ, ਉਹਨੂੰ ਸੈਂਡ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਸੈਂਡ ਕਰਨ ਤੋਂ ਬਾਅਦ ਤੁਸੀਂ ਜਿਹੜੀ ਆ ਇਹ ਈਮੇਲ ਹੋ ਗਈ ਆ ਤੁਹਾਡੀ, ਇਹਦਾ ਇੱਕ ਮੈਸੇਜ ਜਿਹੜਾ ਹੈ ਆਪਣੇ ਗਰੁੱਪ ਵਿੱਚ, WhatsApp ਗਰੁੱਪ ਵਿੱਚ ਵੀ ਭੇਜਣਾ ਹੈ ਕਿ ਵੀ ਸੀਰੀਅਲ ਨੰਬਰ ਦਿਸ ਈਮੇਲ ਸੈਂਟ। ਇਹ ਤੁਸੀਂ ਇੰਨਾ ਕੁ ਮੈਸੇਜ ਜਿਹੜਾ ਹੈਗਾ ਆ ਉਹ ਜ਼ਰੂਰ ਭੇਜਣਾ ਹੈ ਕਿ ਵੀ ਹਾਂਜੀ ਇਹ ਬੱਚੇ ਨੇ ਈਮੇਲ ਸੈਂਡ ਕਰਤੀ ਹੈ, ਸੋ ਦੈਟ ਕਿ ਅਸੀਂ ਇਧਰੋਂ ਚੈੱਕ ਕਰ ਪਾਈਏ ਕਿ ਵੀ ਹਾਂਜੀ ਮੇਲ ਜਿਹੜੀ ਆ ਉਹ ਭੇਜ ਦਿੱਤੀ ਗਈ ਹੈ ਤੇ ਉਹਨੂੰ ਚੈੱਕ ਕਰ ਲਿਆ ਜਾਏ, ਠੀਕ ਹੈ। ਬਾਈ ਚਾਂਸ ਅਗਰ ਕੋਈ ਤੁਸੀਂ ਸੈਂਡ ਕਰਤੀ ਸਾਡੇ ਤੱਕ ਨਹੀਂ ਪਹੁੰਚੀ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਊਗਾ ਕਿ ਵੀ ਹਾਂਜੀ ਤੁਹਾਡੀ ਈਮੇਲ ਜਿਹੜੀ ਆ ਉਹ ਨਹੀਂ ਆਈ ਹੈਗੀ, ਰਾਈਟ। ਜਾਂ ਤਾਂ ਜੀ ਕੋਈ ਪ੍ਰੋਬਲਮ ਹੈਗੀ ਆ, ਸਕੈਨ ਨਹੀਂ ਪ੍ਰੋਪਰ ਹੋਇਆ, ਈਮੇਲ ਅਟੈਚ ਨਹੀਂ ਹੋਈ ਫਾਈਲ ਉਹਦੇ ਨਾਲ, ਕੋਈ ਵੀ ਸਮੱਸਿਆ ਹੋਏਗੀ ਉਹ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਏਗਾ, ਰਾਈਟ। ਇਸ ਚੀਜ਼ ਦਾ ਵੀ ਧਿਆਨ ਰੱਖਿਓ ਕਿ ਜਦੋਂ ਤੁਹਾਨੂੰ ਈਮੇਲ ਕਰ ਦਿੱਤੀ ਗਈ ਆ, ਸੌਰੀ ਜਿਸ ਲਈ ਤੁਸੀਂ ਈਮੇਲ ਕਰਤੀ ਤੇ ਮੈਸੇਜ ਸਾਨੂੰ ਭੇਜ ਦਿੱਤਾ ਆ, ਤਾਂ ਟੀਚਰ ਤੁਹਾਨੂੰ ਕੰਟੈਕਟ ਕਰੇਗਾ ਜੇ ਤਾਂ ਸਾਰੀਆਂ ਈਮੇਲਸ ਰਿਸੀਵ ਹੋ ਗਈਆਂ ਐਂਡ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ, ਫਿਰ ਲਾਸਟ ਵਿੱਚ ਟੀਚਰ ਤੁਹਾਨੂੰ ਮੈਸੇਜ ਕਰ ਦੇਗਾ ਕਿ ਆਲ ਈਮੇਲਸ ਰਿਸੀਵਡ। ਇਟ ਮੀਨਸ ਕਿ ਬਾਕੀ ਸਾਰੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਾਰੀਆਂ ਈਮੇਲਸ ਆ ਗਈਆਂ ਐਂਡ देयर इज नो ਪ੍ਰੋਬਲਮ ਐਟ ਆਲ, ਰਾਈਟ। ਅਗਰ ਕਿਸੇ ਦੀ ਕੋਈ ਸਮੱਸਿਆ ਹੋਏਗੀ ਟੀਚਰ ਖੁਦ ਹੀ ਤੁਹਾਨੂੰ ਕਹਿ ਦੇਗਾ ਕਿ ਵੀ ਹਾਂ ਤੁਸੀਂ ਮੈਸੇਜ ਵੀ ਕਰ ਦਿੱਤਾ ਆ ਬਟ ਉਹਦੇ ਵਿੱਚ ਕੋਈ ਸਮੱਸਿਆ ਸੀਗੀ ਤੇ ਉਹਦੇ ਲਈ ਤੁਹਾਨੂੰ ਟੀਚਰ ਖੁਦ ਕੰਟੈਕਟ ਕਰ ਲੇਗਾ। ਤੁਸੀਂ ਬਾਰ-ਬਾਰ ਗਰੁੱਪ ਦੇ ਵਿੱਚ ਜਿਹੜਾ ਹੈਗਾ ਆ ਉਹ ਬਾਰ-ਬਾਰ ਮੈਸੇਜ ਕਰਕੇ ਇਹ ਪੁੱਛੀ ਜਾਓਗੇ ਕਿ ਵੀ ਹਾਂਜੀ ਸਾਡੀ ਮੇਲ ਮਿਲ ਗਈ ਕਿ ਨਹੀਂ ਮਿਲ ਗਈ, ਮਿਲ ਗਈ ਕਿ ਨਹੀਂ ਮਿਲ ਗਈ, ਕਿਉਂਕਿ ਇੱਕ ਮੇਲ ਨਹੀਂ ਆਣੀ ਹੈਗੀ, ਤੁਸੀਂ ਤਾਂ ਆਪਣੇ ਵੱਲੋਂ ਇੱਕੋ ਹੀ ਸੈਂਡ ਕਰਨੀ ਹੈ, ਸਾਡੇ ਵੱਲ ਆਉਣੀ ਆ ਤੁਹਾਡੇ ਸਾਰਿਆਂ ਦੀਆਂ। ਸੋ ਟੀਚਰ ਸਾਰਿਆਂ ਦੀ ਮੇਲ ਚੈੱਕ ਕਰੇਗਾ, ਦੇਖ ਕੇ ਤੇ ਫਿਰ ਐਟ ਦਾ ਐਂਡ ਤੁਹਾਨੂੰ ਰਿਪਲਾਈ ਕਰ ਦੇਗਾ, ਠੀਕ ਹੈ। ਅਗਰ ਕਿਸੇ ਪਾਰਟਿਕੂਲਰ ਸਟੂਡੈਂਟ ਦੀ ਕੋਈ ਪ੍ਰੋਬਲਮ ਹੋਏਗੀ ਤਾਂ ਉਹਨੂੰ ਇੰਡੀਵਿਜੂਅਲੀ ਜਿਹੜਾ ਆ ਉਹ ਕੰਟੈਕਟ ਕਰ ਲਿਆ ਜਾਏਗਾ ਜਾਂ ਗਰੁੱਪ ਵਿੱਚ ਮੈਸੇਜ ਕਰ ਦਿੱਤਾ ਜਾਏਗਾ ਕਿ ਵੀ ਹਾਂਜੀ ਤੁਹਾਡੇ ਵਿੱਚ ਆਹ ਪ੍ਰੋਬਲਮ ਹੈਗੀ ਹੈ ਈਮੇਲ 'ਚ ਤੇ ਉਹਨੂੰ ਰਿਜ਼ੋਲਵ ਕਰੋ, ਠੀਕ ਹੈ। ਸੋ ਇਹਦੇ ਵਿੱਚ ਵੀ ਮਤਲਬ ਪਰੇਸ਼ਾਨ ਨਹੀਂ ਹੋਣਾ ਕਿ ਵੀ ਤੁਹਾਨੂੰ ਕਿਸੇ ਟੀਚਰ ਨੇ ਮੈਸੇਜ ਨਹੀਂ ਪਾਇਆ, ਤੁਸੀਂ ਤੁਹਾਡਾ ਰਿਪਲਾਈ ਆ ਗਿਆ ਤਾਂ ਨਾਲ ਦੀ ਨਾਲ ਟੀਚਰ ਦਾ ਵੀ ਰਿਪਲਾਈ ਆਏ, ਉਹ ਅਗਰ ਕੋਈ ਪ੍ਰੋਬਲਮ ਹੋਏਗੀ ਤੁਹਾਨੂੰ ਕੰਟੈਕਟ ਕਰ ਲਏਗਾ, ਅਦਰਵਾਈਜ਼ ਐਟ ਦਾ ਐਂਡ ਆਫ ਦਾ ਪ੍ਰੋਸੈਸ ਉਹ ਤੁਹਾਨੂੰ ਮੈਸੇਜ ਪਾ ਦੇਗਾ ਕਿ ਵੀ ਹਾਂਜੀ ਮੇਲਸ ਆ ਗਈਆਂ ਸਾਰੀਆਂ, ਤਾਂ ਤੁਹਾਨੂੰ ਇਹ ਤਸੱਲੀ ਹੋ ਜਾਏਗੀ ਵੀ ਹਾਂਜੀ ਸਾਡੀ ਮੇਲ ਵੀ ਮਿਲ ਗਈ ਹੈ, ਠੀਕ ਹੈ। ਇਟ ਡਸਨਟ ਮੀਨ ਕਿ ਕਿਸੇ ਪਾਰਟਿਕੂਲਰ ਸਟੂਡੈਂਟ ਨੂੰ ਇੰਡੀਵਿਜੂਅਲੀ ਹਰੇਕ ਨੂੰ ਕੰਟੈਕਟ ਕੀਤਾ ਜਾਏ। ਸੋ ਇਹ ਸੀਗੀਆਂ ਤੁਹਾਡੇ ਕੋਲ ਸਾਰੀਆਂ ਜਿਹੜੀਆਂ ਸਕੈਨਿੰਗ ਦੇ ਰਿਗਾਰਡਿੰਗ ਜਾਂ ਈਮੇਲ ਕਰਨ ਦੇ ਰਿਗਾਰਡਿੰਗ ਜਾਂ ਗਾਈਡਲਾਈਨਸ, ਇਹਨਾਂ ਨੂੰ ਤੁਸੀਂ ਬਿਲਕੁਲ ਧਿਆਨ ਨਾਲ ਕਰਨਾ ਆ। ਸਾਰੀਆਂ ਇਨਫੋਰਮੇਸ਼ਨ ਤੁਹਾਡੇ ਕੋਲ ਅਵੇਲੇਬਲ ਨੇ, ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈਗੀ ਆ ਕਿ ਨਹੀਂ ਸਮਝ ਲੱਗ ਰਹੀ, ਯੂ ਕੈਨ ਕੰਟੈਕਟ ਮੀ ਐਜ਼ ਵੈਲ ਐਜ਼ ਯੂਰ ਕਿਸੇ ਵੀ ਟੀਚਰ ਨੂੰ ਤੁਸੀਂ ਡਿਪਾਰਟਮੈਂਟ ਦੇ ਵਿੱਚ ਕੰਟੈਕਟ ਕਰ ਸਕਦੇ ਆ, ਤੁਹਾਨੂੰ ਪੂਰੀ ਹੈਲਪ ਕਰਨਗੇ। ਨੈਕਸਟ ਹੈ ਤੁਹਾਡੇ ਕੋਲ ਕੁਝ ਜਿਹੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਆ ਜਿਹੜੀ ਅਸੀਂ ਇਨਫੋਰਮੇਸ਼ਨ ਫਿਲ ਕਰਨ ਦੇ ਟਾਈਮ ਦੇ ਉੱਤੇ ਮਿਸ ਕਰ ਦਿੰਦੇ ਆ, ਭਾਵੇਂ ਉਹ ਤੁਹਾਡੀ ਆਨਸਰ ਸ਼ੀਟ ਦਾ ਫਰਸਟ ਪੇਜ ਹੀ ਕਿਉਂ ਨਾ ਹੋਏ, ਠੀਕ ਹੈ। ਤੁਹਾਡੇ ਵੱਲੋਂ ਮੈਸੇਜ ਕਰਕੇ ਦੱਸਣਾ ਕਿ ਵੀ ਹਾਂਜੀ ਈਮੇਲ ਸੈਂਡ ਕਰ ਦਿੱਤੀ ਆ, ਈਮੇਲ ਦੇ ਵਿੱਚ ਜਿਹੜੇ ਆਪਾਂ ਸਬਜੈਕਟ ਲਾਈਨ ਦੀ ਗੱਲ ਕਰਦੇ ਆ, ਫਾਈਲ ਨੇਮ ਦੀ ਗੱਲ ਕਰਦੇ ਆ, ਇਹ ਸਾਰੀਆਂ ਇਨਫੋਰਮੇਸ਼ਨ, ਇਹ ਚੀਜ਼ਾਂ ਲੱਗਦੀਆਂ ਬਹੁਤ ਛੋਟੀਆਂ ਛੋਟੀਆਂ ਆ ਬਟ ਇਹ ਇੱਕ ਸਿਸਟਮ ਨੂੰ ਪ੍ਰੋਪਰ ਚਲਾਉਣ ਦੇ ਲਈ ਬਹੁਤ ਜ਼ਰੂਰੀ ਆ, ਠੀਕ ਹੈ। ਸੋ ਇਹਨਾਂ ਇੰਸਟਰਕਸ਼ਨਸ ਆ, ਇਹਨਾਂ ਇਨਫੋਰਮੇਸ਼ਨਸ ਨੂੰ ਪ੍ਰੋਪਰਲੀ ਇਹਨੂੰ ਯੂਜ਼ ਕਰੋ, ਇਨਫੋਰਮੇਸ਼ਨ ਨੂੰ ਪ੍ਰੋਪਰਲੀ ਤੁਸੀਂ ਸਰਕੂਲੇਟ ਕਰੋ
ਸੋ ਦੈਟ ਕਿ ਅਸੀਂ ਵੀ ਪ੍ਰੋਪਰਲੀ ਉਹਨੂੰ ਕਰ ਸਕੀਏ। ਤੁਸੀਂ ਈਮੇਲ ਪ੍ਰੋਪਰਲੀ ਕਰੋ ਨਾ, ਤੁਹਾਡੀ ਈਮੇਲ ਕਿਸੇ ਹੋਰ ਹੀ ਜਗ੍ਹਾ ਦੇ ਉੱਤੇ ਪਹੁੰਚੀ ਫਿਰਦੀ ਹੋਵੇ, ਅਸੀਂ ਕਿੱਥੋਂ ਚੈੱਕ ਕਰ ਲਾਂਗੇ ਕਿ ਵੀ ਮੇਲ ਆ ਗਈ ਹੈ। ਤੁਸੀਂ ਉਹਦਾ ਸਬਜੈਕਟ ਫਾਈਲ ਨੇਮ ਹੀ ਪ੍ਰੋਪਰ ਨਾ ਭਰੋ, ਸਾਨੂੰ ਕੀ ਪਤਾ ਲੱਗੇਗਾ ਕਿਹੜੇ ਸਬਜੈਕਟ ਦਾ ਇਹ ਪੇਪਰ ਆਇਆ, ਸਾਨੂੰ ਕੀ ਪਤਾ ਲੱਗੇਗਾ ਕਿਹੜੇ ਸਟੂਡੈਂਟ ਨੇ ਇਹ ਭੇਜਿਆ। ਤੁਹਾਡੀ ਫਾਈਲ ਦਾ ਨਾਮ ਤੇ ਤੁਹਾਡਾ ਜਿਹੜਾ ਸਬਜੈਕਟ ਲਾਈਨ ਆ ਉਹਦੇ ਵਿੱਚ ਵੀ ਮੇਰਾ ਪੇਪਰ, this is the paper code and this is my roll number, ਤੁਹਾਡੀ ਫਾਈਲ ਇਹ ਦੱਸ ਦੇਗੀ ਕਿ ਵੀ ਹਾਂਜੀ ਆਹ ਪੇਪਰ ਸੀਗਾ ਤੇ ਆਹ ਬੱਚੇ ਨੇ ਭੇਜਿਆ ਹੈ, ਕਿਉਂਕਿ ਉਹਦੇ ਫਾਈਲ ਦੇ ਨਾਮ ਦੇ ਵਿੱਚ ਤੁਹਾਡਾ ਰੋਲ ਨੰਬਰ ਤੇ ਤੁਹਾਡਾ ਸਬਜੈਕਟ ਦੋਨੋਂ ਚੀਜ਼ਾਂ ਉਹਦੇ ਚ ਮੈਂਸ਼ਨ ਹੋ ਗਈਆਂ। ਠੀਕ ਹੈ। ਨੈਕਸਟ ਆਪਾਂ ਇਸ ਲਈ ਗੱਲ ਕਰੀਏ ਆਨਸਰ ਸ਼ੀਟ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਆ ਉੱਥੇ ਵੀ ਰੋਲ ਨੰਬਰ ਪ੍ਰੋਪਰਲੀ ਭਰੋ। ਉੱਥੇ ਜਿਹੜੀ ਇਨਫੋਰਮੇਸ਼ਨ ਤੁਹਾਡੀ ਮੰਗੀ ਗਈ ਆ ਉਹ ਇਨਫੋਰਮੇਸ਼ਨ ਆਰਾਮ ਨਾਲ ਭਰੋ, ਤਸੱਲੀ ਨਾਲ ਭਰੋ, ਕੋਈ ਗਲਤੀ ਨਾ ਹੋਏ। ਰੋਲ ਨੰਬਰ ਜਿਹੜਾ ਹੈਗਾ ਆਪਣਾ ਦੇਖ ਕੇ ਭਰੋ, ਭੇਜਣ ਲੱਗੇ ਵੀ ਚੈੱਕ ਕਰੋ ਕਿ ਵੀ ਮੈਂ ਰੋਲ ਨੰਬਰ ਆਪਣਾ ਸਹੀ ਭਰ ਲਿਆ ਹੈ। ਠੀਕ ਹੈ। ਤੁਹਾਡਾ ਇਹ ਇਨਫੋਰਮੇਸ਼ਨ ਗਲਤ ਭਰਨਾ ਤੁਹਾਡੀ ਆਨਸਰ ਸ਼ੀਟ ਨੂੰ ਜਿਹੜਾ ਹੈਗਾ ਆ ਉਹ ਅਨਮਾਰਕਡ ਰੱਖ ਸਕਦਾ ਆ। ਤੁਹਾਡੀ ਆਨਸਰ ਸ਼ੀਟ ਅਸੀਂ ਮਾਰਕ ਕਿੱਦਾਂ ਕਰਾਂਗੇ, ਕਿਹਨੇ ਰੋਲ ਨੰਬਰ ਹੀ ਮੈਂਸ਼ਨ ਨਹੀਂ ਕੀਤਾ ਉੱਪਰ, ਮਾਰਕ ਕਿੱਦਾਂ ਹੋਏਗੀ, ਕਿਹਨੇ ਭੇਜੀ ਹੈ, ਇਹ ਕਿਹੜਾ ਰੋਲ ਨੰਬਰ ਸੀਗਾ, ਰਾਈਟ। ਸੋ ਇਹਨਾਂ ਚੀਜ਼ਾਂ ਨੂੰ ਬਿਲਕੁਲ ਧਿਆਨ ਨਾਲ ਤੁਸੀਂ ਕਰਨਾ ਆ। ਹਰੇਕ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕੀਤੀ ਗਈ ਆ ਉਹਨੂੰ ਪ੍ਰੋਪਰਲੀ ਫੋਲੋ ਕਰੋ। ਠੀਕ ਹੈ। ਤੁਹਾਡੇ ਲਈ ਵੀ ਈਜ਼ੀ ਹੋਏਗਾ ਤੇ ਸਾਡੇ ਲਈ ਵੀ ਈਜ਼ੀ ਹੋਏਗਾ, ਰਾਈਟ। ਸੋ ਇਹ ਲਾਸਟ ਸਾਡੇ ਕੋਲ ਜਿਹੜੀ ਆ ਸਲਾਈਡ ਸੀਗੀ ਇਹ ਵਾਲੀ, ਜਿਹਦੇ ਅੰਡਰ ਤੁਹਾਡੀਆਂ ਛੋਟੀਆਂ ਗੱਲਾਂ ਬਟ ਉਹ ਬਹੁਤ ਇੰਪੋਰਟੈਂਟ ਹੈਗੀਆਂ ਆ ਇੱਕ ਪ੍ਰੋਸੈਸ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ। ਇਹਦਾ ਧਿਆਨ ਰੱਖਿਓ ਇਹਨਾਂ ਚੀਜ਼ਾਂ ਦਾ। ਦੈਟਸ ਆਲ। ਇਹਦੀ ਜਿਹੜੀ ਤੁਹਾਨੂੰ ਕੋਈ ਜਿਹੜੇ ਸਟੂਡੈਂਟ ਨਹੀਂ ਵੀ ਜੁਆਇਨ ਕਰ ਪਾਏ ਹੈਗੇ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਹੈ ਥਰੂ ਵੀਡੀਓ ਲਿੰਕ ਜਿਹੜਾ ਉਹ ਸ਼ੇਅਰ ਕਰ ਦਿੱਤਾ ਜਾਏਗਾ, ਉਹਨੂੰ ਤੁਸੀਂ ਦੇਖ ਸਕਦੇ ਆ ਦੁਬਾਰਾ।